ਮਾਝ ਮਹੱਲਾ ਤੀਜਾ। ਸ਼ਬਦ ਮਰੈ ਸੋ ਮੁਆ ਜਾਪੈ, ਕਾਲ ਨਾ ਚਾਪੈ ਦੁੱਖ ਨਾ ਸੰਤਾਪੈ। ਜੋ ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਆਪ ਨੂੰ ਜਿਹਨੇ ਆਪਣੀ ਮਨਮਰਜ਼ੀ ਨੂੰ ਮੁਕਾ ਲਿਆ, ਬਸ ਜੀਵਤ ਭਾਵ ਤੋਂ ਮਰਨਾ ਹੁੰਦਾ ਹੈ ਕਿ ਜੀਵਤ ਭਾਵ ਤੋਂ ਮਰ ਗਿਆ। ਪਹਿਲਾਂ ਤਾਂ ਆਪਣੀ ਵੀ ਲੱਤ ਜੀ ਵਿੱਚ ਅੜਾਉਂਦਾ ਸੀ, ਨਹੀਂ ਐਂ ਠੀਕ ਹੈ, ਮਹਾਰਾਜ ਨੇ ਕਹਿਣਾ ਆਹ ਠੀਕ ਹੈ, ਉਹਨੇ ਨਹੀਂ ਆਹ ਠੀਕ ਹੈ, ਉਹ ਕਾਮਯਾਬ ਨਹੀਂ ਹੋਇਆ। ਫਿਰ ਕਿਸੇ ਨੂੰ ਪੁੱਛਿਆ, ਕਾਮਯਾਬ ਨਹੀਂ ਹੋਇਆ। ਕਹਿੰਦੇ ਮਹਾਰਾਜ ਦੀ ਸੁਣੀ ਜਾ ਤੇ ਉਹੀ ਕਰ, ਆਪਣੀ ਨਾ ਵਿੱਚ ਲੱਤ ਅੜਾਇਆ ਕਰ ਤੇ ਮੈਂ ਵੀ ਕੁਛ ਹੈਗਾ। ਜੀਵਤ ਭਾਵ ਤੋਂ ਮਰਨਾ ਹੁੰਦਾ ਕਿ ਆਪਣਾ ਆਪਣੱਤ ਛੱਡ ਦਿੱਤੀ, ਜਿਹੜੀ ਆਪਣੇ ਆਪ 'ਚ ਬੜੀ ਸਿਆਣਪ ਜੀ ਸਮਝਦਾ ਉਹ ਬੰਦ ਹੀ ਕਰ ਦਿੱਤੀ। ਗੁਰੂ ਸਾਹਿਬ ਵੀ ਠੀਕ ਹੈ। ਮਹਾਰਾਜ ਕਹਿੰਦੇ ਉਹੀ ਮਰਿਆ ਜਾਣੀਦਾ ਹੈ ਜੀਵਤ ਭਾਵ ਤੋਂ। ਸ਼ਬਦ ਮਰੈ ਸੋ ਮੋਆ ਜਾਪੈ। ਜੀਵਤ ਭਾਵ ਤੋਂ ਮਰਨ ਦਾ ਕੀ ਫਲ ਹੁੰਦਾ ਹੈ? ਮਹਾਰਾਜ ਕਹਿੰਦੇ ਕਾਲ ਨਾ ਚਾਂਪੈ ਦੁੱਖ ਨਾ ਸੰਤਾਪੈ। ਜੋ ਜੀਵਤ ਭਾਵ ਤੋਂ ਮਰਦਾ ਨਾ ਤਾਂ ਉਹਨੂੰ ਕਾਲ ਦਬਾਉਂਦਾ, ਨਾ ਹੀ ਕੋਈ ਦੁੱਖ ਸਤਾਉਂਦਾ ਉਹਨੂੰ ਬੰਦੇ ਨੂੰ, ਕਿਉਂਕਿ ਉਹ ਜੀਵਤ ਭਾਵ ਤੋਂ ਮਰ ਕੇ ਹਉਮੈ ਦੀ ਤਿਆਗ ਕਰ ਬੈਠਾ। ਹੁਣ ਉਹ ਕੋਈ ਕਰਮ ਹਉਂ 'ਚ ਨਹੀਂ ਕਰਦਾ, ਹਉਂ ਦਾ ਕਰਮ ਛੱਡ ਦਿੱਤਾ। ਜੇ ਉਹਨੇ ਕੋਈ ਵੀ ਕਰਮ ਕੀਤਾ ਉਹਨੇ ਹਉਂ 'ਚ ਨਹੀਂ ਕੀਤਾ। ਤਾਈਓ 10ਵੇਂ ਪਾਤਸ਼ਾਹ ਲਿਖਦੇ ਐਸੇ ਜੀਵਾਂ ਬਾਰੇ, ਕਰੈ ਜਗ ਕੋਟਕ ਨਹੀਂ ਪੁੰਨ ਕੋ, ਹਨੈ ਵਿਪਰ ਕੇਤੇ ਨਹੀਂ ਪਾਪ ਕੋ। ਮਹਾਰਾਜ ਕਹਿੰਦੇ ਉਹ ਕਿੰਨੇ ਹੀ ਜਗ ਕਰ ਲਵੇ ਹਉਂ ਤੋਂ ਰਹਿਤ ਵਿਅਕਤੀ, ਉਹਨੂੰ ਪੁੰਨ ਨਹੀਂ ਲੱਗਦਾ, ਕਿਉਂਕਿ ਉਹਨੇ ਹਉਂ ਦੇ ਸਹਿਤ ਹੋ ਕੇ ਕੀਤਾ ਹੀ ਨਹੀਂ ਕੁਛ। ਤੇ ਹਉਂ ਦੇ ਸਹਿਤ ਹੋ ਕੇ ਉਹ ਨਹੀਂ ਕਰਦਾ ਹੈ ਪਾਪ, ਤੇ ਉਹਨੂੰ ਕੋਈ ਪਾਪ ਹੀ ਨਹੀਂ ਲੱਗਦਾ, ਕਿਉਂਕਿ ਉਹ ਹਉਮੈ ਤੋਂ ਬਾਹਰ ਹੋ ਕੇ ਜੀਵਤ ਭਾਵ ਤੋਂ ਮਰ ਕੇ ਕਰਮ ਕਰਦਾ ਜਿਹੜਾ, ਇੱਥੋਂ ਹੀ ਜੀਵ ਕਰਮਾਂ ਤੋਂ ਬਾਹਰ ਹੁੰਦਾ। ਫਿਰ ਭਾਵ ਕਰਮ ਦਾ ਉਹਦੇ ਤੇ ਅਸਰ ਹੀ ਨਹੀਂ, ਕਰਮ ਮੁੱਕ ਹੀ ਜਾਂਦੇ ਨੇ। ਜੋਤੀ ਵਿੱਚ ਮਿਲ ਜੋਤ ਸਮਾਣੀ, ਸੁਣ ਮਨ ਸੱਚ ਸਮਾਵਣਿਆ। ਜੋਤੀ ਜੋ ਪ੍ਰਮਾਤਮਾ ਵਿੱਚ ਮਿਲ ਕੇ ਉਹਦੀ ਜੋਤ ਸਮਾ ਗਈ, ਕਿਉਂਕਿ ਉਹਨੇ ਸੱਚੇ ਨਾਮ ਨੂੰ ਸੁਣ ਕੇ ਸੋ ਮਨ ਦੇ ਅੰਦਰ ਮੰਨਣ ਕੀਤਾ ਤੇ ਸਮਾਵਣਿਆਂ ਤੋਂ ਭਾਵ ਨਿਧਿਆਸਣ ਕੀਤਾ, ਉਹਦੀ ਕਮਾਈ ਕੀਤੀ। ਉਹ ਜਿਹੜੀ ਛੋਟੀ ਜੋਤ ਸੀ ਆਪਣੀ, ਉਹ ਪਰਮਾਤਮਾ ਦੇ ਵਿੱਚ ਹੀ ਲੀਨ ਹੋ ਗਈ। ਉਹ ਲੱਭਦਾ ਹੀ ਨਹੀਂ ਕਿੱਧਰ ਨੂੰ ਗਿਆ, ਰੱਬ ਰੂਪ ਹੋ ਗਿਆ। ਹਉ ਵਾਰੀ ਜੀਉ ਵਾਰੀ, ਹਰ ਕੈ ਨਾਏ ਸੋਭਾ ਪਾਵਣਿਆ। ਵਾਹਿਗੁਰੂ ਦੇ ਨਾਮ ਨੂੰ ਜਪ ਕੇ ਉਹ ਸੋਭਾ ਪਾਉਣ ਵਾਲਿਆਂ ਤੋਂ ਮੈਂ ਤਨ ਕਰਕੇ, ਮਨ ਕਰਕੇ, ਬਾਣੀ ਕਰਕੇ ਕੁਰਬਾਨ ਜਾਵਾਂ, ਬਲਿਹਾਰ ਜਾਵਾਂ। ਸਤਿਗੁਰ ਸੇਵ ਸਾਚੇ ਚਿੱਤ ਲਾਇਆ, ਗੁਰਮਤੀ ਸਹਿਜ ਸਮਾਵਣਿਆ ਰਹਾਉ। ਸਤਿਗੁਰਾਂ ਦੀ ਸੇਵਾ ਕਰਕੇ ਜਿਨ੍ਹਾਂ ਨੇ ਸੱਚੇ ਨਾਮ ਦੇ ਵਿੱਚ ਆਪਣੇ ਚਿੱਤ ਨੂੰ ਲਾਇਆ, ਜੋੜਿਆ ਹੈ, ਉਹ ਗੁਰਸਿੱਖਿਆ ਵਾਲਾ ਜਿਹੜਾ ਬੰਦਾ ਉਹ ਸ਼ਾਂਤੀ 'ਚ ਸਮਾ ਗਿਆ। ਉਹਨੇ ਗੁਰੂ ਦੀ ਸਿੱਖਿਆ ਲਈ, ਪਹਿਲਾਂ ਸਤਿਗੁਰੂ ਜੀ ਦੀ ਸੇਵਾ ਕੀਤੀ ਹੱਥੀਂ, ਫਿਰ ਉਹਨਾਂ ਨੇ ਸੱਚੇ ਨਾਮ ਦੇ ਵਿੱਚ ਆਪਣੇ ਚਿੱਤ ਨੂੰ ਜੋੜਿਆ। ਕਾਇਆ ਕੱਚੀ ਕੱਚਾ ਚੀਰ ਹੰਡਾਏ, ਦੂਜਾ ਲਾਗੀ ਮਹਿਲ ਨਾ ਪਾਏ। ਇਹ ਪ੍ਰਤੱਖ ਜਿਹੜੀ ਕਾਇਆ ਸਥੂਲ ਦੇ ਕੱਚੀ ਹੈ, ਤੇ ਕੱਚੇ ਹੀ ਚੀਰ ਜਿਹੜੇ ਕੱਪੜਿਆਂ ਨੂੰ ਹੰਢਾ ਰਹੀ ਹੈ। ਚੀਰ ਤੋਂ ਭਾਵ ਕੱਪੜੇ। ਸੂਖਮ ਦੇਹ ਰੂਪ ਕਾਇਆ ਕੱਚੀ ਹੈ, ਅੰਦਰ ਜਿਹੜੀ ਦੇਹੀ ਆਪਣੀ ਸੂਖਮ ਦੇਹੀ ਹੈ 17 ਤੱਤਾਂ ਦੀ। 25 ਪ੍ਰਕਿਰਤੀਆਂ ਹੁੰਦੀਆਂ ਕੁੱਲ, 5 ਤੱਤਾਂ ਤੋਂ 25 ਪ੍ਰਕਿਰਤੀਆਂ ਬਣਦੀਆਂ। ਉਹਨਾਂ ਦੇ ਵਿੱਚ 25 ਵਾਲੀ ਤਾਂ ਸਾਹਮਣੇ ਦਿਖਦੀ ਹੈ, ਇੱਕ ਜਿਹੜੀ 17 ਤੱਤਾਂ ਵਾਲੀ ਹੈ ਉਹ ਸੂਖਮ ਦੇਹੀ ਹੈ। ਸੂਖਮ ਦੇਹ ਰੂਪ ਕਾਇਆ ਕੱਚੀ ਹੈ ਤੇ ਸਥੂਲ ਦੇਹ ਰੂਪ ਕੱਚੇ ਹੀ ਬਸਤਰ ਨੂੰ ਹੰਢਾ ਰਹੀ ਹੈ। ਉੱਪਰ ਜਿਹੜੀ ਸਥੂਲ ਦੇਹੀ ਆਪਣੀ, ਇਹ ਕੱਚਾ ਬਸਤਰ ਹੈ ਮਾਨੋ, ਤੇ ਵਿੱਚ ਸੂਖਮ ਦੇਹ ਰੂਪ ਕਾਇਆ ਵੀ ਕੱਚੀ ਹੈ, ਕਿਉਂਕਿ ਇਹ ਦਵੈਤ ਭਾਵ ਵਿੱਚ ਲੱਗੀ ਹੋਈ ਕਦੇ ਮਹਿਲ ਤੋਂ ਭਾਵ ਸਰੂਪ ਦੀ ਪ੍ਰਾਪਤੀ ਨਹੀਂ ਕਰ ਸਕਦੀ। ਅਨ ਦਿਨ ਜਲਦੀ ਫਿਰੈ ਦਿਨ ਰਾਤੀ, ਬਿਨ ਫਿਰ ਬਹੁ ਦੁੱਖ ਪਾਵਣਿਆ। ਇਹ ਦਿਨ ਰਾਤ ਅਨ ਦਿਨ ਹੁੰਦਾ ਇੱਕ ਰਸ, ਇੱਕ ਸਾਰ, ਤ੍ਰਿਸ਼ਨਾ ਦੀ ਅੱਗ ਵਿੱਚ ਸੜਦੀ ਫਿਰਦੀ ਹੈ, ਪਤੀ ਤੋਂ ਬਿਨਾਂ ਹੋ ਕੇ ਬਹੁਤ ਦੁੱਖ ਪ੍ਰਾਪਤ ਕਰਦੀ ਹੈ। ਕਿਉਂਕਿ ਅੱਗੇ ਇਹ ਚੀਜ਼ਾਂ ਹੁਣ ਜਾਂਦੀਆਂ ਨਹੀਂ ਹਨ। ਕਿਹੜੀਆਂ ਚੀਜ਼ਾਂ ਨਹੀਂ ਜਾਂਦੀਆਂ ਅੱਗੇ? ਦੇਹੀ ਜਾਤ ਨ ਅੱਗੇ ਜਾਏ, ਜਿੱਥੇ ਲੇਖਾ ਮੰਗੀਐ ਤਿੱਥੈ ਛੁਟੈ ਸੱਚ ਕਮਾਏ। ਮਹਾਰਾਜ ਕਹਿੰਦੇ ਇਹ ਦੇਹ ਨੇ, ਸਥੂਲ ਸਰੀਰ ਨੇ ਹੁਣ ਅੱਗੇ ਨਹੀਂ ਜਾਣਾ। ਦੇਹੀ ਕਰਕੇ ਜਾਤੀ ਸੀ ਤੇ ਜਾਤੀ ਨੇ ਵੀ ਅੱਗੇ ਪਰਲੋਕ ਨਹੀਂ ਜਾਣਾ।
ਹੁਣ ਜਿੱਥੇ ਕਰਮਾਂ ਦਾ ਲੇਖਾ ਹਿਸਾਬ ਕਿਤਾਬ ਮੰਗਿਆ ਜਾਣਾ, ਉੱਥੇ ਸੱਚ ਦੀ ਕਮਾਈ ਨਾਲ ਹੀ ਛੁਟਕਾਰਾ ਹੋਣਾ, ਨਾਮ ਦੀ ਕਮਾਈ ਨਾਲ ਛੁਟਕਾਰਾ ਹੋਣਾ। ਸਤਿਗੁਰ ਸੇਵਨ ਸੇ ਧਨਵੰਤੇ, ਇੱਥੇ ਉਥੇ ਨਾਮ ਸਮਾਵਣਿਆ। ਜੋ ਸਤਿਗੁਰਾਂ ਦੀ ਸੇਵਾ ਕਰਦੇ ਨੇ ਉਹ ਇੱਥੇ ਇਸ ਲੋਕ ਵਿੱਚ ਧਨਵੰਤੇ ਧਨਾੜ ਨੇ, ਉੱਥੇ ਪਰਲੋਕ ਵਿੱਚ ਵੀ ਜਾ ਕੇ ਪ੍ਰਮਾਤਮਾ ਦੇ ਨਾਮ 'ਚ ਸਮਾ ਜਾਂਦੇ ਨੇ, ਅਭੇਦ ਹੋ ਜਾਂਦੇ ਨੇ। ਭੈ ਪਾਏ ਸਿੰਗਾਰ ਬਣਾਏ, ਗੁਰ ਪ੍ਰਸਾਦੀ ਮਹਿਲ ਘਰ ਪਾਏ। ਜਿਹਨੇ ਵਾਹਿਗੁਰੂ ਦੇ ਡਰ ਅਤੇ ਭਾਏ ਹੁੰਦਾ ਪ੍ਰੇਮ, ਪ੍ਰੇਮ ਦਾ ਸ਼ਿੰਗਾਰ ਬਣਾਉਣਾ ਕੀਤਾ, ਉਹਨੇ ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ ਘਰ ਮਤਲਬ ਹਿਰਦਾ, ਹਿਰਦੇ ਦੇ ਵਿੱਚ ਹੀ ਮਹਿਲ ਤੋਂ ਭਾਵ ਸਰੂਪ ਨੂੰ ਪ੍ਰਾਪਤ ਕਰ ਲਿਆ। ਮਹਿਲੀ ਜਿਵੇਂ ਮਹਿਲ, ਮਹਿਲੀ ਹੁੰਦਾ ਜਗਿਆਸੂ ਪ੍ਰਾਪਤੀ ਵਾਲਾ, ਤੇ ਮਹਿਲ ਹੁੰਦਾ ਸਰੂਪ। ਇਸ ਤਰ੍ਹਾਂ ਉਹ ਜਿਹੜਾ ਹੈ ਮਹਿਲ ਘਰ ਪਾਏ, ਉਹ ਸਰੂਪ ਨੂੰ ਪ੍ਰਾਪਤ ਕਰ ਲੈਂਦਾ ਹਿਰਦੇ ਦੇ ਵਿੱਚ। ਅੰਦਿਨ ਸਦਾ ਰਵੈ ਦਿਨ ਰਾਤੀ, ਮਜੀਠਾ ਰੰਗ ਬਣਾ ਬਣਿਆ। ਜੋ ਦਿਨ ਰਾਤ ਅੰਦਿਨ ਇੱਕ ਰਸ ਸਦਾ ਹੀ ਨਾਮਾਂ ਨੂੰ ਰਵੈ ਤੋਂ ਭਾਵ ਉਚਾਰਦਾ ਰਹਿੰਦਾ, ਪਰਮਾਤਮਾ ਦੇ ਨਾਮ ਨੂੰ ਜਪਦਾ ਹੀ ਰਹਿੰਦਾ, ਉਹਨੂੰ ਮਜੀਠੇ ਰੰਗ ਵਾਂਗੂ ਪੱਕਾ ਰੰਗ ਚੜ੍ਹ ਗਿਆ ਨਾਮ ਦਾ, ਵਾਹਿਗੁਰੂ ਦਾ ਆਨੰਦ ਪੱਕਾ ਹੀ ਬਣ ਆਇਆ। ਇਹ ਹੈ ਕਿ ਮਾਇਆ ਵਿੱਚ ਜਿੰਨਾ ਕੁਛ ਹੁੰਦਾ ਕੱਚਾ ਹੀ ਹੁੰਦਾ ਹੈ। ਮਾਇਆਵੀ ਨੂੰ ਜਿੰਨਾ ਮਰਜ਼ੀ ਪੱਕਾ ਕਹਿ ਲਓ, ਉਹ ਫੇਰ ਕੱਚਾ ਹੁੰਦਾ, ਕਿਉਂਕਿ ਹੈ ਹੀ ਕੱਚਾ। ਕਈ ਕਹਿਣਗੇ ਇਹ ਬਹੁਤ ਪੱਕਾ, ਕਿਸੇ ਚੀਜ਼ ਨੂੰ ਪੱਕਾ ਨਹੀਂ ਕਹਿ ਸਕਦੇ, ਪਰ ਵਾਹਿਗੁਰੂ ਦਾ ਆਨੰਦ ਜੇ ਬਣ ਜੇ ਤਾਂ ਪੱਕਾ ਹੀ ਪੱਕਾ। ਸਭਨਾ ਪਿਰ ਵਸੈ ਸਦਾ ਨਾਲੇ, ਗੁਰ ਪ੍ਰਸਾਦੀ ਕੋ ਨਦਰ ਨਿਹਾਲੇ। ਪਤੀ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਸਾਰਿਆਂ ਦੇ ਕੋਲ ਹੀ ਸਦਾ ਵਸਦੇ ਨੇ, ਪਰ ਸਤਿਗੁਰੂ ਦੀ ਕਿਰਪਾ ਨਾਲ ਕੋਈ ਵਿਰਲਾ ਬੰਦਾ ਗਿਆਨ ਦ੍ਰਿਸ਼ਟੀ ਨਾਲ ਦੇਖਦਾ, ਕਿਉਂਕਿ ਆਹ ਪ੍ਰਤੱਖ ਦ੍ਰਿਸ਼ਟੀ ਨਾਲ ਤਾਂ ਦੇਖਿਆ ਨਹੀਂ ਜਾਂਦਾ। ਕਈ ਲੋਕ ਕਹਿੰਦੇ ਨੇ ਦਿਖਾਓ ਰੱਬ ਕਿੱਥੇ ਆ, ਆਹ ਕਿੱਥੇ ਦਿਖਾਓ, ਕਿਵੇਂ ਦਿਖਾਈਏ? ਅੱਖਾਂ ਲਿਆ, ਇਹ ਜਿਹੜੀਆਂ ਅੱਖਾਂ ਨੇ ਇਹਨਾਂ ਨਾਲ ਨਹੀਂ ਦੇਖ ਹੁੰਦਾ। ਉਹ ਗਿਆਨ ਦ੍ਰਿਸ਼ਟੀ ਲੈ ਕੇ ਆ, ਫਿਰ ਤੈਨੂੰ ਦਿਖਾ ਦਿੰਦੇ ਆ, ਫਿਰ ਤਾਂ ਤੈਨੂੰ ਆਪ ਹੀ ਦਿਖ ਜਾਣਾ। ਕਿਉਂਕਿ ਜਿਨ੍ਹਾਂ ਅੱਖਾਂ ਨਾਲ ਪਰਮਾਤਮਾ ਦਿਖਦਾ ਉਹ ਅੱਖਾਂ ਬੰਦੇ ਦੇ ਅੰਦਰ ਹੈ ਨਹੀਂ, ਪਰ ਉਹ ਗੁਰੂ ਦੀ ਕਿਰਪਾ ਹੋਵੇ ਤਾਂ ਖੁੱਲ੍ਹਦੀਆਂ ਉਹ। ਮੇਰਾ ਪ੍ਰਭ ਅਤ ਉੱਚੋ ਉੱਚਾ, ਕਰ ਕਿਰਪਾ ਆਪ ਮਿਲਾ ਬਣਿਆ। ਮੇਰਾ ਵਾਹਿਗੁਰੂ ਪਰਮਾਤਮਾ ਬਹੁਤ ਹੀ ਉੱਚਿਆਂ ਤੋਂ ਵੀ ਉੱਚਾ, ਇੰਨਾ ਜ਼ਿਆਦਾ ਉੱਚਾ ਕਿ ਉੱਥੇ ਆਪਣੀ ਪਹੁੰਚ ਹੀ ਨਹੀਂ ਹੈ। ਉਹਨੂੰ ਮਿਲੀਏ ਕਿਵੇਂ ਜੀ? ਕਹਿੰਦੇ ਇਹ ਤਾਂ ਆਪ ਹੀ ਕਿਰਪਾ ਕਰਕੇ ਸੇਵਕਾਂ ਨੂੰ ਆਪਣੇ ਨਾਲ ਉਹ ਆਪ ਹੀ ਮਿਲਾ ਲੈਂਦਾ। ਇਹ ਤਾਂ ਉਹਦੀ ਹੀ ਮਿਹਰ ਹੋ ਜਾਏ, ਵਾਹਿਗੁਰੂ ਹੀ ਕਿਰਪਾ ਕਰਕੇ ਮਿਲਾ ਲੈਂਦਾ ਸੇਵਕਾਂ ਨੂੰ। ਮਾਇਆ ਮੋਹੇ ਇਹੋ ਜਗ ਸੁੱਤਾ, ਨਾਮ ਵਿਸਾਰ ਅੰਤ ਵਿਗੁੱਤਾ। ਇਹ ਸਾਰਾ ਜਗਤ ਮਾਇਆ ਦੇ ਮੋਹ ਵਿੱਚ ਸੁੱਤਾ ਪਿਆ, ਮਾਇਆ ਦੀ ਖੁਮਾਰੀ ਚੜ੍ਹੀ ਹੋਈ ਹੈ, ਖਿੱਚ ਖਿੱਚ ਕੇ ਠਾਉਣੇ ਨਹੀਂ ਉੱਠਦਾ। ਇੰਨੀ ਗੂੜੀ ਨੀਂਦ ਜੇ ਕਹਿ ਵੀ ਦਈਏ ਤਾਂ ਵੀ ਹੱਸ ਛੱਡਦਾ, ਕਿਉਂ? ਕੋਈ ਨਹੀਂ, ਫੇਰ ਦੇਖਾਂਗੇ, ਫੇਰ ਕਰ ਲਾਂਗੇ। ਨਾਮ ਨੂੰ ਭੁਲਾਉਣ ਕਰਕੇ ਹੀ ਅੰਤ ਨੂੰ ਫਿਰ ਖਰਾਬ ਹੁੰਦਾ, ਫਿਰ ਪਛਤਾਉਂਦਾ, ਫਿਰ ਰੋਂਦਾ। ਹੁਣ ਕੱਢ ਲਓ, ਹੁਣ ਨਹੀਂ ਕੱਢ ਸਕਦੇ, ਸਮਾਂ ਲੰਘ ਗਿਆ। ਹੁਣ ਜਦੋਂ ਰੌਲਾ ਪਾਉਂਦੇ ਸੀ ਉਦੋਂ ਸੁਣੀ ਨਹੀਂ ਗੱਲ, ਉਦੋਂ ਨਿਆਣਿਆਂ ਵਾਂਗੂ ਸਭ ਕੁਝ ਟਾਲ ਛੱਡਿਆ। ਜਦੋਂ ਹੁਣ ਮੌਕਾ ਆਇਆ ਫਿਰ ਬਾਅਦ ਵਿੱਚ ਪਛਤਾਵਾ ਹੁੰਦਾ। ਜਿਸ ਤੇ ਸੁੱਤਾ ਸੋ ਜਾਗਾਏ, ਗੁਰਮਤਿ ਸੋਝੀ ਪਾਵਣਿਆ। ਹੁਣ ਜਿਸ ਵਾਹਿਗੁਰੂ ਦੇ ਸੰਕਲਪ ਨਾਲ ਜੀਵ ਮੋਹ ਤੇ ਅਵਿਦਿਆ ਦੀ ਨੀਂਦ ਸੁੱਤਾ ਪਿਆ, ਸਮਾਇਆ ਤਾਂ ਉਹਨੇ ਆਪ ਹੀ ਹੈ, ਅਗਿਆਨ ਦੇ ਦੁਆਰਾ ਸਵਾ ਦਿੱਤਾ ਹੈ। ਸੋ ਜੇਕਰ ਉਹ ਕਹਿੰਦੇ ਨੇ ਵਾਹਿਗੁਰੂ ਜਗਾਵੇ ਤਾਂ ਹੀ ਉਹ ਜੀਵ ਜਿਹੜਾ ਨਾ ਜਾਗਦਾ। ਅਗਿਆਨੈ ਲਾਏ ਸਵਾਲਿਆ, ਗੁਰ ਗਿਆਨੈ ਲਾਏ ਜਗਾਵੇ ਗੋ। ਮਹਾਰਾਜ ਕਹਿੰਦੇ ਅਗਿਆਨ ਨਾਲ ਸਮਾਇਆ ਇਹਨੂੰ, ਤੇ ਗਿਆਨ ਨਾਲ ਹੁਣ ਗੁਰੂ ਨੇ ਜਗਾਉਣਾ। ਇਹ ਜੀਵ ਜਿਹੜਾ ਗੁਰਾਂ ਦੀ ਸਿੱਖਿਆ ਲੈ ਕੇ ਗਿਆਤ ਪਾਉਂਦਾ, ਸੋਝੀ ਕਰਦਾ, ਸੰਗਤ ਵਿੱਚ ਆ ਕੇ ਬਹਿੰਦਾ, ਅੱਖਾਂ ਖੋਲ੍ਹ ਕੇ ਸਵੇਰੇ ਉੱਠਿਆ, ਨਹਾਤਾ ਧੋਤਾ, ਕੱਪੜੇ ਪਾਏ, ਗੁਰੂ ਦੇ ਦਰ ਤੇ ਆਇਆ, ਪਰ ਸੁੱਤਾ ਹੈ ਹਲੇ। ਕਹਿੰਦਾ ਮੇਰੀਆਂ ਅੱਖਾਂ ਖੁੱਲ੍ਹੀਆਂ ਨੇ। ਮਹਾਰਾਜ ਕਹਿੰਦੇ ਇਹ ਅੱਖਾਂ ਤਾਂ ਖੁੱਲ੍ਹੀਆਂ ਨੇ, ਅੰਦਰਲੀਆਂ ਨਹੀਂ ਖੁੱਲ੍ਹੀਆਂ। ਮਨ ਨੂੰ ਤਾਂ ਜਗਾ, ਮਨ ਨੂੰ ਫਿਰ ਉਪਦੇਸ਼ ਦੇ ਦੇ ਕੇ ਜਗਾਇਆ ਜਾਂਦਾ। ਉੱਠੋ ਬਈ, ਉੱਠੋ ਬਈ। ਕਹਿੰਦੇ ਸ਼ੁਕਰ ਹੈ, ਚੌਥੇ ਪਾਤਸ਼ਾਹ ਕਹਿੰਦੇ ਮੇਰਾ ਮਨ ਆਲਸੀਆ ਉਹ ਗੁਲਾਨਾ। ਕਹਿੰਦੇ ਸ਼ੁਕਰ ਹੈ ਮੇਰੇ ਆਲਸੀ ਮਨ ਨੇ ਮਾੜੀ ਜਿਹੀ ਅੱਖ ਖੋਲ੍ਹੀ, ਉਹ ਗੁਲਾਨਾ। ਸ਼ੁਕਰ ਹੈ ਥੋੜ੍ਹੀ ਜਿਹੀ ਅੱਖ ਖੋਲ੍ਹੀ ਇਹਨੇ,
ਸ਼ੁਕਰ ਹੈ ਸੰਗਤ ਚ ਆਇਆ, ਮਾੜੀ ਜੀ ਕੋਈ ਸੋਝੀ ਪੈਣ ਲੱਗੀ ਇਹਨੂੰ। ਅਪਿਓ ਪੀਐ ਸੋ ਭਰਮ ਗਵਾਏ, ਗੁਰ ਪ੍ਰਸਾਦ ਮੁਕਤ ਗਤ ਪਾਏ। ਜੋ ਨਾਮ ਅੰਮ੍ਰਿਤ ਨੂੰ ਪੀਂਦਾ ਉਹ ਭਰਮ ਨੂੰ ਗਵਾ ਦਿੰਦਾ ਆਪਣੇ ਨੂੰ, ਅਤੇ ਉਹ ਗੁਰਾਂ ਦੀ ਕਿਰਪਾ ਨਾਲ ਮੁਕਤੀ ਦੀ ਪ੍ਰਾਪਤੀ ਕਰ ਲੈਂਦਾ। ਨਾਮ ਅੰਮ੍ਰਿਤ ਨੂੰ ਪਹਿਲਾਂ ਪੀਂਦਾ, ਫਿਰ ਉਹਦੇ ਭਰਮ ਦੂਰ ਹੁੰਦੇ ਨੇ। ਭਗਤੀ ਰਾਤਾ ਸਦਾ ਬੈਰਾਗੀ, ਆਪ ਮਾਰ ਮਿਲਾਵਣਿਆ। ਜੋ ਸਦਾ ਵਿਰਾਗਵਾਨ ਹੋ ਕੇ ਭਗਤੀ ਵਿੱਚ ਰੰਗਿਆ ਰਹਿੰਦਾ, ਉਹਨੇ ਜਿਹੜਾ ਆਪਾ ਭਾਸ ਸੀ, ਮਨ ਦੇ ਅੰਦਰੋਂ ਹੰਕਾਰ ਸੀ, ਇਹਨੂੰ ਖਤਮ ਕਰ ਲਿਆ। ਇਹਨੂੰ ਮਾਰ ਕੇ ਆਪਣੇ ਆਪ ਨੂੰ ਵਾਹਿਗੁਰੂ ਦੇ ਨਾਲ ਮਿਲਾ ਲਿਆ, ਅਤੇ ਨਿਸ਼ਚੇ ਕਰ ਲਿਆ ਮਨ ਦੇ ਅੰਦਰ ਉਹਨੇ ਕੀ ਚੀਜ਼ ਨਿਸ਼ਚੇ ਕੀਤੀ ਹੈ, ਭਈ ਸਾਰਾ ਕੁਝ ਤਾਂ ਵਾਹਿਗੁਰੂ ਕਰਦਾ। ਹੁਣ ਆ ਗਿਆ, ਪਤਾ ਲੱਗ ਗਿਆ ਤੈਨੂੰ ਭਾਈ। ਕਹਿੰਦੇ ਹਾਂ ਮਹਾਰਾਜ, ਪਹਿਲਾਂ ਤਾਂ ਸੋਚਦੇ ਮੈਂ ਹੀ ਕਰਦਾ, ਪਹਿਲਾਂ ਮੇਰੇ ਅੰਦਰ ਮੈਂ ਸੀ, ਜਦ ਹੁਣ ਗਿਆਨ ਹੋਇਆ, ਪਤਾ ਲੱਗਿਆ ਤੇ ਤੁਸੀਂ ਕਰਦੇ ਹੋ ਸਾਰਾ ਕੁਝ। ਆਪੋ ਪਾਏ ਤੰਦਹਿ ਲਾਏ, 184 ਰਿਜਕ ਆਪ ਅਪੜਾਏ। ਉਹ ਵਾਹਿਗੁਰੂ ਆਪੇ ਜੀਵਾਂ ਨੂੰ ਪੈਦਾ ਕਰਦਾ, ਆਪ ਹੀ ਧੰਦਿਆਂ 'ਚ ਲਾਉਣ ਵਾਲਾ, ਅਤੇ ਆਪ ਹੀ 84 ਲੱਖ ਜੀਵਾਂ ਨੂੰ ਰਿਜਕ ਪਹੁੰਚਾਉਂਦਾ ਹੈ। ਉਹਨੂੰ ਇਸ ਕਰਕੇ ਔਖਾ ਨਹੀਂ ਹੈ ਕਿਉਂਕਿ ਸਰਬ ਵਿਆਪਕ ਹੈ। ਉਹਦੇ ਲਈ ਕੀ ਔਖਾ, ਹੋਰ ਬੰਦਾ ਨਹੀਂ ਪਹੁੰਚਾ ਸਕਦਾ ਥਾਂ ਥਾਂ ਰਿਜਕ। ਨਾਨਕ ਨਾਮ ਤੇ ਆਏ ਸੱਚ ਰਾਤੇ, ਜੋ ਤਿਸ ਭਾਵੈ ਸੋ ਕਾਰ ਕਰਾਵਣਿਆ। ਮਹਾਰਾਜ ਤੀਜੇ ਪਾਤਸ਼ਾਹ ਫਰਮਾਉਂਦੇ ਨੇ, ਜੋ ਕਾਰ ਉਹ ਪਰਮੇਸ਼ਰ ਨੂੰ ਭਾਉਂਦੀ ਆ ਉਹੀ ਜੀਵਾਂ ਤੋਂ ਕਰਾਉਂਦਾ। ਇਹ ਨਿਸ਼ਚੇ ਕਰਕੇ ਜੋ ਨਾਮ ਨੂੰ ਧਿਆਉਂਦੇ ਨੇ ਉਹ ਸੱਚ ਸਰੂਪ ਵਿੱਚ ਰੰਗੇ ਰਹਿੰਦੇ ਨੇ। ਇਹ ਨਿਸ਼ਚਾ ਕਰਕੇ ਚੱਲਣਾ ਕਿ ਜੋ ਕਰਾਉਂਦਾ ਸੋ ਮੈਂ ਕਰਦਾ। ਇਹ ਗੱਲ ਤਾਂ ਹੈ ਕੁਝ ਹੋਰ ਢੰਗ ਦੀ ਭਗਤੀ ਦੀ ਗੱਲ ਹੈ, ਪਰ ਗਲਤ ਬੰਦੇ ਇਹਨੂੰ ਆਪਣੇ ਪਾਸੇ ਹੀ ਲਾ ਲੈਂਦੇ। ਦੇਖੋ ਰੱਬ ਸਾਨੂੰ ਕਰਾਉਂਦਾ, ਤੁਹਾਨੂੰ ਤਾਂ ਕੋਈ ਪੁੱਛਦਾ ਹੀ ਨਹੀਂ, ਤੁਸੀਂ ਐਵੇਂ ਪੰਗਤੀ ਆਪਦੇ ਨਾਲ ਜੋੜੀ ਜਾਂਦੇ ਹੋ। ਗੱਲ ਤਾਂ ਇਹ ਸੰਗਤ ਦੀ ਚੱਲ ਰਹੀ ਹੈ। ਖਾਣ ਪੀਣ ਵਾਲੇ ਉਹ ਆਪਣੇ ਵੱਲ ਹੀ ਲਾਈ ਜਾਂਦੇ। ਦੇਖੋ ਜੀ, ਰੱਬ ਨੇ ਸਾਨੂੰ ਇੱਧਰ ਲਾਇਆ, ਬਾਣੀ 'ਚ ਲਿਖਿਆ। ਜਿਹੜਾ ਸਾਡੀ ਕਲਾਸ 'ਚ ਦਾਖਲਾ ਹੀ ਨਹੀਂ ਲਿਆ ਹੈ ਉਹਦੇ ਤੇ ਪੰਗਤੀ ਲਾਗੂ ਨਹੀਂ ਹੁੰਦੀ, ਤੂੰ ਪਰੇ ਰਹਿ। ਇਹ ਤਾਂ ਸੰਗਤ ਦੀ ਗੱਲ ਕਰਦੇ ਹਾਂ ਅਸੀਂ, ਭਗਤੀ ਵਾਲਿਆਂ ਦੀ ਗੱਲ ਕਰਦੇ ਹਾਂ ਅਸੀਂ। ਇਹ ਖਾਮ ਖਾਈ ਵਿੱਚ ਆਪਣੇ ਤੇ ਜੋੜਦਾ। ਮਾਝ ਮਹੱਲਾ ਤੀਜਾ, ਅੰਦਰ ਹੀਰਾ ਲਾਲ ਬਣਾਇਆ, ਗੁਰ ਕੈ ਸ਼ਬਦ ਪਰਖ ਪਰਖਾਇਆ। ਹੀਰੇ ਵਾਂਗੂ ਜਿਹੜਾ ਸ਼ੁੱਧ ਲਾਲ ਪਿਆਰਾ ਪ੍ਰਮਾਤਮਾ ਨਾਲ, ਉਹ ਪਿਆਰੇ ਵਾਹਿਗੁਰੂ ਨੇ ਅੰਤःਕਰਨ ਦੇ ਅੰਦਰ ਆਪਣਾ ਟਿਕਾਣਾ ਬਣਾਇਆ ਹੋਇਆ। ਅੰਦਰ ਕਿਣਕਾ ਮਾਤਰ ਪ੍ਰਕਾਸ਼। ਹੀਰੇ ਲਾਲਾਂ ਦੀ ਨਿਆਈ ਕਹਿੰਦੇ ਅਮੋਲਕ ਵਾਹਿਗੁਰੂ ਨੇ ਅੰਤःਕਰਨ ਦੇ ਅੰਦਰ ਹੀ ਟਿਕਾਣਾ ਬਣਾਇਆ ਹੋਇਆ, ਪਰ ਕਹਿੰਦੇ ਉਹ ਪਤਾ ਨਹੀਂ ਲੱਗਦਾ ਅੰਦਰ। ਫਿਰ ਗੁਰਾਂ ਦੇ ਸ਼ਬਦ ਕਰਕੇ ਉੱਤਮ ਜਿਗਿਆਸੂ ਉਹਦੀ ਪਰਖ ਦੇ ਵਿੱਚ ਉਹ ਪਰਖਣੇ ਵਿੱਚ ਆਇਆ, ਪਰਖ ਦੇ ਪਰਖਣੇ ਵਿੱਚ ਆ ਗਿਆ, ਕਿਉਂਕਿ ਪਰਖ ਪਰਖਾਇਆ। ਅੰਦਰ ਹੀਰਾ ਲਾਲ ਬਣਾਇਆ। ਅੰਦਰ ਜਿਹੜਾ ਹੀਰਾ ਸੀ, ਲਾਲ ਸੀ, ਸ਼ੁੱਧ ਸੀ, ਪਿਆਰਾ ਪ੍ਰਮਾਤਮਾ, ਉਹ ਹੈ ਤਾਂ ਅੰਦਰ ਹੀ ਟਿਕਾਣਾ ਬਣਾ ਕੇ ਬੈਠਾ, ਪਰ ਮਨੁੱਖ ਨੂੰ ਨਹੀਂ ਸਮਝ ਲੱਗਦੀ ਇਸ ਗੱਲ ਦੀ। ਮਨੁੱਖ ਨੂੰ ਫਿਰ ਸਤਿਗੁਰੂ ਜੀ ਸਮਝਾਉਂਦੇ ਗਿਆਨ ਦੁਆਰਾ। ਜਿਨ ਸੱਚ ਪੱਲੇ ਸੱਚ ਵਖਾਣ ਹੈ, ਸੱਚ ਕਸਵੱਟੀ ਲਾਵਣਿਆ। ਜਿਨ੍ਹਾਂ ਦੇ ਬੁੱਧੀ ਰੂਪ ਪੱਲੇ 'ਚ ਸੱਚ ਨਾਮ ਹੈ, ਉਹ ਸੱਚ ਨੂੰ ਹੀ ਕਥਨ ਕਰਦੇ ਨੇ, ਅਤੇ ਆਪਣੇ ਆਪ ਨੂੰ ਸੱਚੀ ਭਗਤੀ ਔਰ ਕਸਵੱਟੀ ਦੇ ਉੱਤੇ ਲਾਉਂਦੇ ਨੇ। ਕਸਵੱਟੀ ਹੁੰਦੀ ਤਤੀਖਿਆ ਦੇ ਉੱਤੇ ਲਾਉਣਾ, ਭੁੱਖ ਤੇ ਸਹਾਰਨੀ, ਗਰਮੀ ਸਰਦੀ ਸਹਾਰ ਲੈਣੀ, ਇਤਿਆਦਿਕ ਕਰਮਾਂ ਨੂੰ ਸਹਾਰਦੇ ਨੇ। ਕਸਵੱਟੀ ਤੇ ਲਾ ਦੇਖਦੇ ਨੇ। ਹਉ ਵਾਰੀ ਜੀਉ ਵਾਰੀ, ਗੁਰ ਕੀ ਬਾਣੀ ਮਨ ਵਸਾਵਣਿਆ। ਮੈਂ ਮਨ ਬਾਣੀ ਸਰੀਰ ਕਰਕੇ ਹੀ ਬਸ ਉਹਨਾਂ ਤੋਂ ਕੁਰਬਾਨ ਜਾਵਾਂ ਜਿਨ੍ਹਾਂ ਨੇ ਗੁਰਾਂ ਦੀ ਬਾਣੀ ਨੂੰ ਮਨ ਦੇ ਅੰਦਰ ਵਸਾ ਲਿਆ ਹੈ, ਵਸਾ ਕੇ ਚੱਲੇ ਨੇ। ਉਹਨਾਂ ਨੇ ਅੰਦਰ ਵਸਾ ਲਿਆ ਹੈ, ਕਿਉਂਕਿ ਉਹਨਾਂ ਨੇ ਅੰਦਰ ਵਸਾ ਕੇ ਫੇਰ ਜਾਣਾ ਕੀਤਾ ਹੈ। ਅੰਜਨ ਮਾਹੇ ਨਿਰੰਜਨ ਪਾਇਆ, ਜੋਤੀ ਜੋਤ ਮਿਲਾਵਣਿਆ ਰਹਾਉ। ਉਹਨਾਂ ਨੇ ਅੰਜਨ ਹੁੰਦਾ ਮਾਇਆ ਵਿੱਚ ਰਹਿ ਕੇ, ਮਾਇਆ ਅੰਜਨ ਨਾਮ ਸੁਰਮੇ ਦਾ, ਸੁਰਮਾ ਕਾਲਾ ਹੁੰਦਾ ਤੇ ਕਾਲਖ ਤੋਂ ਲਈ ਮਾਇਆ। ਅੰਜਨ ਕਾਲੀ ਮਾਇਆ ਵਿੱਚ ਰਹਿ ਕੇ ਨਿਰਅੰਜਨ ਜਿਹੜੀ ਹੁੰਦੀ ਮਾਇਆ ਮੈਲ ਤੋਂ ਰਹਿਤ ਪਰਮੇਸ਼ਰ ਨੂੰ ਪਾਇਆ। ਉਹਨਾਂ ਦੀ ਜੋਤ ਨੂੰ ਜੋਤੀ ਸਰੂਪ ਪਰਮਾਤਮਾ ਨੇ ਆਪਣੇ ਨਾਲ ਮਿਲਾ ਲਿਆ, ਸਦਾ ਹੀ ਸੁਖੀ ਹੋ ਗਿਆ, ਜੰਜਾਲਾਂ ਚੋਂ ਕੱਢ ਲਿਆ, ਸਦਾ ਵਾਸਤੇ ਸੁਖ ਦੀ ਨੀਂਦ ਸੌਂ ਗਿਆ। ਹੁਣ ਨਹੀਂ ਉੱਠਣਾ, ਸ਼ਾਂਤੀ ਰੂਪ ਨੀਂਦ ਸੌਂ ਗਿਆ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ,
इस काया अंदर बहुत पसारा, नाम निरंजन अत अगम अपारा। ਇਹ ਸਰੀਰ ਦੇ ਅੰਦਰ ਬਹੁਤ ਹੀ ਸ਼ੁਭ ਗੁਣਾਂ ਦਾ ਖਜ਼ਾਨਾ ਵੀ ਹੈ, ਅੰਦਰ ਪਸਾਰਾ ਬੜਾ, ਜਿਹਦਾ ਨਾਮ ਨਿਰੰਜਨ ਹੈ ਨਾ, ਤੇ ਸਾਰਿਆਂ ਤੋਂ ਜਿਹੜਾ ਵੱਡਾ ਖੌਫ ਤੋਂ ਰਹਿਤ ਹੈ, ਪਾਰਾਵਾਰ ਤੋਂ ਰਹਿਤ ਹੈ, ਉਹ ਵਾਹਿਗੁਰੂ ਵੀ ਇਸੇ ਸਰੀਰ ਦੇ ਵਿੱਚ ਹੀ ਆ, ਬਾਹਰ ਨਹੀਂ ਕਿਤੇ ਲੱਭਣਾ ਪੈਂਦਾ ਉਹਨੂੰ। ਪਰ ਉਹ ਮਿਲਦਾ ਕਿਵੇਂ ਮਹਾਰਾਜ? ਸਤਿਗੁਰੂ ਫਰਮਾਉਂਦੇ ਨੇ, ਗੁਰਮੁਖ ਹੋਵੈ ਸੋਈ ਪਾਏ, ਆਪੇ ਬਖਸ਼ ਮਿਲਾਵਣਿਆ। ਜਿਹੜਾ ਗੁਰਮੁਖ ਹੁੰਦਾ ਉਹ ਵਾਹਿਗੁਰੂ ਨੂੰ ਪ੍ਰਾਪਤ ਕਰ ਲੈਂਦਾ, ਉਹ ਆਪ ਹੀ ਗੁਰਮੁਖਾਂ ਨੂੰ ਬਖਸ਼ ਕੇ ਆਪਣੇ ਨਾਲ ਮਿਲਾ ਲੈਂਦਾ। ਮੇਰਾ ਠਾਕੁਰ ਸੱਚ ਦ੍ਰਿੜਾਏ, ਗੁਰ ਪ੍ਰਸਾਦੀ ਸੱਚ ਚਿਤ ਲਾਏ। ਮੇਰਾ ਸੁਆਮੀ ਪ੍ਰਮਾਤਮਾ ਮਾਲਕ ਹੈ ਨਾ ਜਿਹੜਾ, ਉਹ ਜਿਨ੍ਹਾਂ ਨੂੰ ਸੱਚ ਨਾਮ ਦ੍ਰਿੜ ਕਰਾ ਦਿੰਦਾ, ਮਨ ਦੇ ਅੰਦਰ ਨਾਮ ਪੱਕਾ ਹੋ ਜਾਂਦਾ, ਉਹ ਗੁਰੂ ਦੀ ਕਿਰਪਾ ਕਰਕੇ ਸੱਚ ਸਰੂਪ ਵਿੱਚ ਚਿੱਤ ਲਾਉਣਾ ਸ਼ੁਰੂ ਕਰ ਦਿੰਦਾ। ਵਾਹਿਗੁਰੂ 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 ਉਹ ਕਦੇ ਬੰਦ ਹੀ ਨਹੀਂ ਕਰਦਾ ਸਿਮਰਨ ਕਰਨਾ, ਕਿਉਂਕਿ ਸਿਮਰਨ ਹੀ ਮੂਲ ਰੂਪ ਸਭ ਤੋਂ ਵੱਡਾ ਆਨੰਦ ਹੈ। ਸੱਚੋ ਸੱਚ ਵਰਤੈ ਸਭਨੀ ਥਾਈ, ਸੱਚੇ ਸੱਚ ਸਮਾਵਣਿਆ। ਉਹਨਾਂ ਦੀ ਨਿਗਾਹ ਵਿੱਚ ਸਾਰੀਆਂ ਜਗ੍ਹਾ ਉੱਪਰ ਸੱਚ ਹੀ ਸੱਚ ਵਰਤ ਰਿਹਾ, ਉਹ ਸੱਚੇ ਗੁਰਮੁਖ ਸੱਚ ਵਿੱਚ ਹੀ ਸਮਾ ਜਾਂਦੇ ਨੇ। ਵੇ ਪ੍ਰਵਾਹੋ ਸੱਚ ਮੇਰਾ ਪਿਆਰਾ, ਕਿਲ ਵਿਖ ਅਵਗਣ ਕਾਟਣ ਹਾਰਾ। ਮੇਰਾ ਪਿਆਰਾ ਸੱਚਾ ਵਾਹਿਗੁਰੂ ਬੇਪਰਵਾਹ ਹੈ ਬੜਾ, ਕਿਸੇ ਦੀ ਪਰਵਾਹ ਨਹੀਂ ਹੈ ਉਹਨੂੰ, ਕਿਉਂਕਿ ਉਹ ਸਮਝਦਾ ਹੀ ਕੁਛ ਨਹੀਂ ਕਿਸੇ ਨੂੰ, ਕਿਉਂਕਿ ਉਹ ਹੈ ਹੀ ਕੁਛ ਨਹੀਂ ਬੰਦਾ। ਬੰਦਾ ਆਪਣੇ ਆਪ ਨੂੰ ਬਹੁਤ ਕੁਛ ਸਮਝਦਾ, ਤੇ ਪਰਮਾਤਮਾ ਕਹਿੰਦਾ ਤੂੰ ਹੈ ਹੀ ਕੁਛ ਨਹੀਂ, ਕਨੈਕਸ਼ਨ ਤਾਂ ਮੇਰੇ ਹੱਥ 'ਚ ਹੈ, ਜਦੋਂ ਜੀ ਕਰੇ ਕੱਟ ਦਿਆਂ ਤੇਰਾ। ਸਾਰਿਆਂ ਪਾਪਾਂ ਤੇ ਔਗਣਾਂ ਦੇ ਕੱਟਣ ਵਾਲਾ ਵਾਹਿਗੁਰੂ ਹੀ ਹੈ। ਕਿਲ ਵਿਖ ਅਵਗਣ ਕਾਟਣ ਹਾਰਾ, ਪ੍ਰੇਮ ਪ੍ਰੀਤ ਸਦਾ ਧਿਆਈਐ, ਭੈ ਭਾਏ ਭਗਤ ਦ੍ਰਿੜਾ ਬਣਿਆ। ਪ੍ਰੇਮੀਆਂ ਵਿੱਚ ਜਿਹਦੀ ਪ੍ਰੀਤੀ ਹੈ ਉਹਨੂੰ ਸਦਾ ਹੀ ਧਿਆਉਣਾ ਕਰੀਏ, ਮਨ ਕਰਕੇ ਪ੍ਰੇਮ, ਤਨ ਕਰਕੇ ਪ੍ਰੀਤੀ ਧਾਰ ਕੇ ਬਾਣੀ ਦੁਆਰਾ ਉਹਨੂੰ ਸਦਾ ਹੀ ਧਿਆਉਣਾ ਕਰੀਏ, ਤੇ ਹੋਰਨਾਂ ਦੇ ਮਨ ਨੂੰ ਵੀ ਵਾਹਿਗੁਰੂ ਦੇ ਡਰ ਅਤੇ ਪ੍ਰੇਮਾ ਭਗਤੀ ਵਿੱਚ ਦ੍ਰਿੜ ਕਰਨਾ ਚਾਹੀਦਾ। ਤੇਰੀ ਭਗਤ ਸੱਚੀ ਜੇ ਸੱਚੇ ਭਾਵੈ, ਆਪੇ ਦੇ ਨ ਪਛੋਤਾਵੈ। ਇਹ ਵਾਹਿਗੁਰੂ ਜੇ ਆਪ ਜੀ ਨੂੰ ਭਾ ਜਾਵੇ ਤਾਂ ਤੇਰੀ ਭਗਤੀ ਕੀਤੀ ਹੋਈ ਸੱਚੀ ਹੈ, ਭਾਵ ਸਫਲੀ ਹੈ। ਜੇ ਭਾ ਜਾਵੇ ਤਾਂ, ਜੇ ਨਾ ਭਾਈ ਤਾਂ ਫਿਰ ਸਫਲੀ ਨਹੀਂ ਹੋਣੀ ਭਗਤੀ ਆਪਣੀ। ਬੇਨਤੀਆਂ ਕਰੋ ਸਾਡਾ ਮਹਾਰਾਜ, ਗਰੀਬਾਂ ਦਾ ਤਾਂ ਇੰਨਾ ਕੀ ਆ ਵੀ ਅਸੀਂ ਮਾੜਾ ਮੋਟਾ ਹੀ ਕਰ ਜਾਂਦੇ ਹਾਂ, ਇੰਨਾ ਕੀ ਪ੍ਰਵਾਨ ਕਰ ਲਿਓ, ਜੇ ਅਸੀਂ ਬਾਹਲੇ ਵੱਡੇ ਨਹੀਂ ਹੈਗੇ। ਮਹਾਰਾਜ ਜਦੋਂ ਦੇਖਦੇ ਵੀ ਨਿਮਰਤਾ ਨਾਲ ਬੋਲਦਾ ਵਿਚਾਰਾ ਗਰੀਬ ਜਿਹਾ, ਫਿਰ ਪ੍ਰਵਾਨ ਵੀ ਕਰ ਲੈਂਦੇ ਨੇ। ਜਿਹੜੇ ਹਉਮੈ ਕਰਕੇ ਕਰਦੇ ਨੇ ਕਮਾਈ, ਉਹਨਾਂ ਦੀ ਸਫਲੀ ਨਹੀਂ ਹੁੰਦੀ, ਉਲਟਾ ਜਿਹਨੂੰ ਆਪ ਭਗਤੀ ਕਰਨੀ ਦਿੰਦਾ ਉਹ ਫਿਰ ਪਛਤਾਉਂਦਾ ਨਹੀਂ ਹੈ, ਕਿਉਂਕਿ ਪਰਮਾਤਮਾ ਆਪ ਹੀ ਭਗਤੀ ਕਰਨ ਲਾ ਦਿੰਦਾ ਜੀਵਾਂ ਨੂੰ, ਉਹਦਾ ਪਛਤਾਵਾ ਖਤਮ ਹੋ ਜਾਂਦਾ। ਸਭਨਾ ਜੀਆਂ ਕਾ ਏਕੋ ਦਾਤਾ, ਸਭ ਦੇ ਮਾਰ ਜੀਵਾ ਬਣਿਆ। ਕਿਉਂਕਿ ਸਾਰਿਆਂ ਜੀਆਂ ਦਾ ਇੱਕ ਤੂੰ ਹੀ ਦਾਤਾ ਹੈ, ਜਿਹਨੇ ਗੁਰ ਸ਼ਬਦ ਦੁਆਰਾ ਆਪਣੇ ਨੇ ਸ਼ਬਦੇ ਤੋਂ ਭਾਵ ਸੰਸਾਰ ਵੱਲੋਂ ਮਾਰਿਆ, ਉਹਨਾਂ ਨੂੰ ਤੂੰ ਆਪਣੀ ਤਰਫ ਜਿਉਂਦਾ ਕਰ ਲੈਂਦਾ, ਦੂਜੇ ਪਾਸਿਓਂ ਮਾਰ ਦਿੰਦਾ। ਦੁਨੀਆ ਕਹਿੰਦੀ ਇਹਨੂੰ ਕੀ ਹੋ ਗਿਆ, ਤਾਂ ਬਦਲ ਗਿਆ, ਹੁਣ ਤਾਂ ਗੱਲਾਂ ਹੀ ਨਹੀਂ ਕਰਦਾ, ਹੁਣ ਤਾਂ ਆਹ ਨਹੀਂ ਕਰਦਾ, ਹੁਣ ਕਹਿੰਦੇ ਇਹ ਤਾਂ ਹੋਰ ਹੀ ਕੁਛ ਬਣ ਗਿਆ, ਸਾਧ ਜਿਹਾ ਹੀ ਬਣ ਗਿਆ। ਬਸ ਦੁਨੀਆ ਵੱਲੋਂ ਤਾਂ ਖਤਮ ਹੋ ਗਿਆ, ਪਰਮਾਤਮਾ ਵੱਲ ਜਿਉਂਦਾ ਹੋ ਗਿਆ। ਉਹਦੇ ਸੰਗੀ ਸਾਥੀ ਜਿਹੜੇ ਪਹਿਲਾਂ ਹੋਰ ਜੇ ਸੀਗੇ, ਉਹਨਾਂ ਨੂੰ ਛੱਡ ਕੇ ਹੁਣ ਗੁਰਮੁਖਾਂ ਦੀ ਸੰਗਤ ਕਰਦਾ, ਰੱਬ ਦੇ ਬੰਦਿਆਂ ਦੀ ਸੰਗਤ ਕਰਦਾ। ਹਰ ਤੁਧ ਬਾਝੋਂ ਮੈਂ ਕੋਈ ਨਾਹੀ, ਹਰ ਤੁਧੈ ਸੇਵੀ ਤੈ ਤੁਧ ਸਾਲਾਹੀ। ਇਹ ਵਾਹਿਗੁਰੂ ਤੁਹਾਡੇ ਤੋਂ ਬਿਨਾਂ ਹੋਰ ਕੋਈ ਨਜ਼ਰ ਹੀ ਨਹੀਂ ਆਉਂਦਾ, ਇਸ ਲਈ ਹੇ ਵਾਹਿਗੁਰੂ ਮੈਂ ਤੁਹਾਨੂੰ ਹੀ ਸੇਵਦਾ, ਤੁਹਾਡੀ ਸੇਵਾ ਕਰਦਾ, ਤੁਹਾਨੂੰ ਹੀ ਸਦਾ ਸਲਾਹੁੰਦਾ ਰਹਿਣਾ ਬੈਠ ਕੇ, ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ। ਆਪੇ ਮੇਲ ਲੈ ਹੋ ਪ੍ਰਭ ਸਾਚੇ, ਪੂਰੇ ਕਰਮ ਤੂੰ ਪਾਵਣਿਆ। ਇਹ ਸੱਚੇ ਵਾਹਿਗੁਰੂ ਆਪ ਹੀ ਕਿਰਪਾ ਕਰਕੇ ਤੁਸੀਂ ਮੈਨੂੰ ਆਪਣੇ ਨਾਲ ਮਿਲਾ ਲਓ ਜੀ, ਪੂਰੀਆਂ ਕਰਮਾਂ ਵਾਲਿਆਂ ਨੇ ਤੈਨੂੰ ਪ੍ਰਾਪਤ ਕੀਤਾ, ਮੇਰੇ ਤੇ ਵੀ ਕਿਰਪਾ ਕਰੋ। ਮੈਂ ਦੇਖੋ ਬਿਲਕੁਲ ਗਰੀਬ ਜਿਹਾ ਹਾਂ, ਨਿਮਾਣਾ ਜਿਹਾ, ਨਤਾਣਾ ਜਿਹਾ, ਕੋਈ ਸੇਵਾ ਤਾਂ ਨਹੀਂ ਹੈ ਸਾਡੀ। ਰਾਜੇ ਦੇ ਦਰ ਤੇ ਜੇ ਕੋਈ ਚਲਿਆ ਜਾਵੇ, ਬੇਨਤੀਆਂ ਕਰੇ, ਰਾਜਾ ਖੁਸ਼ ਹੋ ਜਾਏ, ਝੋਲੀਆਂ ਭਰ ਦਿੰਦਾ। ਇਸੇ ਤਰ੍ਹਾਂ ਅਕਾਲ ਪੁਰਖ ਦੇ ਦਰ ਤੇ ਜਾਣਾ ਹੈ, ਦਰ ਤੇ ਬੈਠਣਾ, ਬੇਨਤੀ ਕਰਨੀ। ਤੁਸੀਂ ਤਿੰਨਾਂ ਲੋਕਾਂ ਦੇ ਮਾਲਕ ਹੋ, ਤੁਹਾਡੇ ਹੱਥ ਵਿੱਚ ਹੈ ਸਾਰਾ ਕੁਛ। ਸਾਡੇ ਵਰਗੇ ਗਰੀਬਾਂ ਨੂੰ ਵੀ ਬਖਸ਼ ਲਓ, ਅਸੀਂ ਤੇਰੇ ਦਰ ਤੇ ਆਏ ਹਾਂ। ਪਰ ਇਹ ਖੁਸ਼ ਹੋ ਜਾਂਦੇ ਨੇ ਕਿ ਵੀ ਦਰ ਤੇ ਤਾਂ ਆਇਆ ਹੈ ਨਾ,
ਹੋਰ ਤਾਂ ਆਏ ਨਹੀਂ ਉੱਠ ਕੇ। ਜੇ ਦਰ ਤੇ ਨਹੀਂ ਆਏ ਤਾਂ ਫਿਰ ਬਖਸ਼ਿਸ਼ ਕਿਵੇਂ ਹੋਣੀ? ਬਖਸ਼ਿਸ਼ ਤਾਂ ਇੱਥੇ ਹੋਣੀ ਸੀ ਦਰ ਤੇ। ਇਸ ਕਰਕੇ ਜਿਹੜਾ ਫਿਰ ਦਰ ਤੇ ਆਇਆ ਉਹਨੂੰ ਨਾਲ ਮਿਲਾ ਲੈਂਦਾ, ਆ ਜਾ ਬਈ ਤੂੰ ਆ ਜਾ, ਫਿਰ ਤੂੰ ਆਇਆ ਤਾਂ ਹੈ ਨਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਪੂਰਿਆਂ ਭਾਗਾਂ ਵਾਲਿਆਂ ਨੂੰ ਨਾਲ ਮਿਲਾ ਲੈਂਦਾ। ਮੈਂ ਹੋਰ ਨਾ ਕੋਈ ਤੁਧੈ ਜਿਹਾ, ਤੇਰੀ ਨਦਰੀ ਸੀਝਸ ਦੇਹਾ। ਤੁਹਾਡੇ ਵਰਗਾ ਮਹਾਰਾਜ ਮੈਨੂੰ ਹੋਰ ਨਹੀਂ ਕੋਈ ਦਿਖਦਾ। ਲਵੈ ਨਾ ਕੋਈ ਲਾਵਣਿਆ, ਦੂਜਾ ਕੋਈ ਤੁਹਾਡੇ ਬਰਾਬਰ ਹੈ ਹੀ ਨਹੀਂ। ਤਾਂ ਤੁਹਾਡੀ ਕਿਰਪਾ ਦ੍ਰਿਸ਼ਟੀ ਕਰਕੇ ਹੀ ਮੈਂ ਦੇਹੀ ਵਿੱਚ ਸੀਝਸ ਤੋਂ ਭਾਵ ਹੁੰਦਾ ਮੁਕਤ ਹੋ ਜਾਵਾਂਗਾ। ਸੀਝਸ ਹੁੰਦੀ ਕਲਿਆਣ ਹੋਣੀ, ਦੇਹੀ ਦੇ ਅੰਦਰ ਹੀ ਕਲਿਆਣ ਹੋ ਜਾਣੀ ਹੈ। ਤੁਹਾਡੀ ਕਿਰਪਾ ਹੋ ਜਾਣੀ ਮੇਰੇ ਤੇ, ਕਿਉਂਕਿ ਤੁਹਾਡੇ ਜਿੱਦਾਂ ਵੱਡਾ ਹੋਰ ਹੈ ਹੀ ਨਹੀਂ ਕੋਈ। ਮੈਨੂੰ ਸਮਝ ਲੱਗ ਗਈ ਹੈ, ਐਵੇਂ ਮੈਂ ਇੱਧਰ ਉੱਧਰ ਕਿਉਂ ਜਾਵਾਂ, ਕਿਉਂ ਭਟਕਾਂ। ਆਂਦਿਨ ਸਾਰ ਸੰਭਾਲ ਹਰ ਰੱਖ ਹੈ, ਗੁਰਮੁਖ ਸਹਿਜ ਸਮਾਵਣਿਆ। ਇਹ ਵਾਹਿਗੁਰੂ ਤੂੰ ਰਾਤ ਦਿਨ ਸਾਰਿਆਂ ਦੀ ਸਾਂਭ ਸੰਭਾਲ ਕਰਦਾ ਹੈ। ਜਦ ਅਸੀਂ ਸੁੱਤੇ ਪਏ ਹੁੰਦੇ ਉਦੋਂ ਤੁਸੀਂ ਸਾਡੇ ਸਿਰ ਤੇ ਹੁੰਦੇ ਹੋ, ਜਦ ਜਾਗਦੇ ਹੁੰਦੇ ਤਾਂ ਤੁਸੀਂ ਸਾਡੇ ਨਾਲ ਹੁੰਦੇ ਹੋ। ਤੁਸੀਂ ਤਾਂ ਹਰ ਵਕਤ ਸਾਡੇ ਨਾਲ ਹੀ ਹੋ, ਸਾਡੀ ਸਾਂਭ ਸੰਭਾਲ ਕਰਦੇ ਹੋ। ਕਿਉਂਕਿ ਤੁਹਾਡੇ ਤਾਂ ਅਸੀਂ ਬੱਚੇ ਹਾਂ, ਮਾਂ ਬਾਪ ਨੂੰ ਫਿਕਰ ਹੁੰਦਾ ਬੱਚਿਆਂ ਦਾ। ਬੱਚਿਆਂ ਨੂੰ ਕੋਈ ਫਿਕਰ ਨਹੀਂ ਹੁੰਦਾ। ਰਾਤ ਨੂੰ ਸੁੱਤੇ ਪਏ ਆ, ਕੱਪੜਾ ਲੈ ਗਿਆ, ਮਾਂ ਨੇ ਆ ਕੇ ਕੱਪੜਾ ਦੇਣਾ, ਸੰਭਾਲ ਕਰਨੀ ਹੈ। ਕਦੇ ਨਿਆਣੇ ਬੈੱਡ ਤੋਂ ਟੇਢੇ ਹੋ ਕੇ ਪਏ ਹੁੰਦੇ, ਕਦੇ ਕਿੱਧਰੇ ਨੂੰ ਪਏ ਹੁੰਦੇ ਆ। ਕਦੇ ਰੋਟੀ ਦਾ ਫਿਕਰ ਨਿਆਣੇ ਨੂੰ ਨਹੀਂ ਹੈ, ਮਾਂ ਮਗਰ ਮਗਰ ਬੁਰਕੀਆਂ ਲਈ ਫਿਰਦੀਆਂ। ਰੋਟੀ ਖਾ ਲਾ, ਨਹੀਂ ਖਾਣੀ ਕਹਿੰਦਾ। ਦੁੱਧ ਪੀ ਲਾ, ਫਿਰ ਨਹੀਂ ਪੀਣਾ। ਚੰਗਾ ਨਿਆਣਾ ਤੂੰ। ਉਹ ਫਿਰ ਧਨ ਹੈ ਮਾਂ ਬਾਪ। ਇਸੇ ਤਰ੍ਹਾਂ ਪਰਮਾਤਮਾ ਧਨ ਹੈ। ਪਰਮਾਤਮਾ ਸਾਡੇ ਪਿੱਛੇ ਪਿੱਛੇ ਕਹਿੰਦੇ ਕਿ ਪਾਛਾ ਲਾਗੋ ਹਰ ਫੇਰਾ, ਕਹਿਤ ਕਬੀਰ ਕਬੀਰ। ਉਹ ਕਬੀਰ ਲੈ ਲਾ ਕੁਛ ਮੰਗ ਲੈ। ਕਬੀਰ ਕਹਿੰਦਾ ਮੈਂ ਕੁਛ ਨਹੀਂ ਮੰਗਣਾ। ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ। ਪਾਛਾ ਲਾਗੋ ਹਰ ਫੇਰਾ, ਕਹਿਤ ਕਬੀਰ ਕਬੀਰ। ਮਨ ਨਿਰਮਲ ਗੰਗਾ ਵੱਲ ਜਲ ਵਰਗਾ ਹੋ ਗਿਆ। ਕਹਿੰਦੇ ਪਰਮਾਤਮਾ ਕਹਿੰਦੇ ਕੁਛ ਮੰਗ। ਕਹਿੰਦੇ ਕੀ ਮੰਗਾ? ਕਹਿੰਦੇ ਕੁਛ ਮੰਗ। ਕਹਿੰਦੇ ਕੀ ਦੱਸੋ? ਜਿਹੜੀ ਚੀਜ਼ ਨਾਸ ਨਹੀਂ ਹੁੰਦੀ ਉਹ ਦੇ ਦਿਓ। ਪਰਮਾਤਮਾ ਕਹਿੰਦੇ ਉਹ ਤਾਂ ਕੋਈ ਚੀਜ਼ ਇਹੋ ਜਿਹੀ ਹੈ ਹੀ ਨਹੀਂ ਕਿ ਜਿਹੜੀ ਨਾਸ ਨਾ ਹੁੰਦੀ। ਉਹ ਤੇ ਮੈਂ ਹੀ ਹਾਂ। ਫਿਰ ਕਹਿੰਦੇ ਫਿਰ ਤੁਸੀਂ ਆ ਜਾਓ। ਮੈਂ ਨਾਸਵੰਤ ਚੀਜ਼ ਨਹੀਂ ਮੰਗਣੀ, ਮੈਂ ਕਰਨੀ ਨਾਸਵੰਤ। ਅੱਜ ਲਈ ਕੱਲ ਖਤਮ, ਕੱਲ ਨਹੀਂ ਪਰਸੋਂ ਖਤਮ ਹੋ ਜੂਗੀ। ਫਿਰ ਮੈਂ ਉਹ ਕੀ ਕਰਨੀ ਆ? ਇਸ ਕਰਕੇ ਫਿਰ ਪਰਮੇਸ਼ਰ ਨੂੰ ਕਬੀਰ ਜੀ ਨੇ ਕੋਲ ਹੀ ਰੱਖ ਲਿਆ ਵੀ ਮੇਰੇ ਕੋਲ ਹੀ ਰਹੋ, ਹੁਣ ਮੇਰੇ ਹਿਰਦੇ 'ਚ ਵਸ ਜਾਓ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਤੁਸੀਂ ਰਾਤ ਦਿਨ ਸਾਡੀ ਸਾਂਭ ਸੰਭਾਲ ਕਰੀ ਜਾਂਦੇ ਹੋ। ਗੁਰਮੁਖਾਂ ਨੇ ਗਿਆਨ ਪ੍ਰਾਪਤ ਕਰਕੇ ਸਹਿਜ ਪਦ ਵਿੱਚ ਸਮਾਉਣਾ ਕੀਤਾ। ਇਹ ਉਹਨਾਂ ਨੂੰ ਗਿਆਨ ਹੋ ਗਿਆ ਕਿ ਉਹ ਸੰਭਾਲ ਤਾਂ ਉਹਨੇ ਹੀ ਕਰਨੀ, ਫਿਰ ਆਪਾਂ ਨੂੰ ਕੀ ਚਿੰਤਾ। ਗੁਰਮੁਖ ਤਾਂ ਜਾ ਕੇ ਗੁਫਾ 'ਚ ਬੈਠ ਜਾਂਦੇ ਨੇ, ਜਿੱਥੇ ਕੋਈ ਰੋਟੀ ਵੀ ਨਾ ਦੇਣ ਆਵੇ ਕਹਿੰਦੇ ਆਪੇ ਸੰਭਾਲੇਗਾ। ਫਿਰ ਪਰਮਾਤਮਾ ਆਪ ਉੱਥੇ ਜਾਂਦੇ ਨੇ ਰੂਪ ਧਾਰ ਕੇ, ਰੋਟੀ ਦੇ ਕੇ ਆਉਂਦੇ, ਜਾ ਕੇ ਉੱਥੇ ਪ੍ਰਸ਼ਾਦ ਦੇ ਕੇ ਆਉਂਦੇ ਨੇ। ਹੁਣ ਹੇਮਕੁੰਟ ਦੀਆਂ ਪਹਾੜੀਆਂ 'ਚ ਕਿਹੜਾ ਰੋਟੀ ਦੇਣ ਜਾਵੇ? ਉੱਥੇ ਮਹਾਰਾਜ ਦਸਵੇਂ ਪਾਤਸ਼ਾਹ ਪ੍ਰਸ਼ਾਦ ਦੇ ਕੇ ਆਉਂਦੇ ਸਾਰਿਆਂ ਨੂੰ, ਜਿਹੜੇ ਉੱਥੇ ਬੈਠੇ ਆ। ਹੇਮਕੁੰਟ ਦੀਆਂ ਪਹਾੜੀਆਂ 'ਚ ਬੈਠੇ ਬਹੁਤ ਸਾਧੂ ਬੈਠੇ। ਉੱਥੇ ਤੱਕ ਤਾਂ ਆਪਾਂ ਜਾ ਹੀ ਨਹੀਂ ਸਕਦੇ, ਉਹ ਇਹੋ ਜਿਹੇ ਥਾਂ ਨੇ ਵਿਖੜੇ, ਕੋਈ ਰਾਹ ਹੀ ਹੈ ਨਹੀਂ। ਉਹ ਕਿਵੇਂ ਜਾਂਦੇ ਆ? ਉਹਨਾਂ 'ਚ ਸ਼ਕਤੀ ਇੰਨੀ ਆ, ਉੱਡ ਕੇ ਚਲੇ ਜਾਂਦੇ ਇੱਕ ਦੂਜੀ ਪਹਾੜੀ 'ਤੇ। ਉਹ ਬੜੀ ਵੱਡੀ ਚੀਜ਼ ਆ ਬਈ, ਬਹੁਤ ਵੱਡੀ ਆ। ਕਿਸੇ ਕਿਸੇ ਨੂੰ ਕਦੇ ਕਦੇ ਮਿਲਦੇ ਉਹ ਸਾਧੂ ਉੱਥੇ। ਤੁਧ ਜੇਵੜ ਮੈਂ ਹੋਰ ਨਾ ਕੋਈ, ਤੁਧ ਆਪੇ ਸਿਰਜੀ ਆਪੇ ਗੋਈ। ਤੁਹਾਡੇ ਜਿੱਡਾ ਮੈਨੂੰ ਹੋਰ ਕੋਈ ਦਿਸਦਾ ਹੀ ਨਹੀਂ, ਕਿਉਂਕਿ ਤੁਸੀਂ ਆਪ ਹੀ ਸਾਰੀ ਦੁਨੀਆ ਸਿਰਜੀ ਹੈ, ਬਣਾਈ ਹੈ। ਆਪ ਹੀ ਗੋਈ ਹੈ, ਬੁਲਾਈ ਹੈ, ਮਿਲਾਈ ਹੈ, ਛਪਾਈ ਹੈ। ਇਹ ਅਰਬੀ ਦਾ ਅੱਖਰ ਹੈ। ਗੋਈ ਤੋਂ ਭਾਵ ਆਪਣੇ ਵਿੱਚ ਮਿਲਾ ਲੈਣਾ। 113 ਅੰਗ ਤੇ ਅੱਗੇ ਮਹਾਰਾਜ ਹੋਰ ਕਿਰਪਾ ਕਰ ਰਹੇ ਹੁਣ। ਤੂੰ ਆਪੇ ਹੀ ਘੜ ਭੰਨ ਸਵਾਰ ਹੈ, ਨਾਨਕ ਨਾਮ ਸੁਹਾਵਣਿਆ। ਮਹਾਰਾਜ ਫਰਮਾਉਂਦੇ ਸੋਭਨੀਕ ਨਾਮੀ ਪ੍ਰਮਾਤਮਾ, ਤੂੰ ਆਪ ਹੀ ਸੰਸਾਰ ਨੂੰ ਘੜਦਾ ਹੈ, ਆਪ ਹੀ ਸਵਾਰ ਹੈ ਤੋਂ ਭਾਵ ਪਾਲਦਾ ਹੈ, ਫਿਰ ਆਪ ਹੀ ਭੰਨ ਦਿੰਦਾ ਹੈ, ਭਾਵ ਦੁਨੀਆ ਦੀ ਪਰਲੋਂ ਕਰ ਦਿੰਦੇ ਹੋ ਫਿਰ ਆਪ ਹੀ। ਬਾਜ ਮਹੱਲਾ ਤੀਜਾ। ਸਭ ਘਟ ਆਪੇ ਭੋਗਣ ਹਾਰਾ, ਅਲਖ ਵਰਤੈ ਅਗਮ ਅਪਾਰਾ। ਘਟ ਹੁੰਦੇ ਸਾਰੇ ਸਰੀਰ, ਸਾਰੇ ਦਿਲ, ਹਿਰਦੇ, ਜਿੰਨਾ ਵੀ ਕੁਝ ਬਣਾਇਆ ਹੋਇਆ ਸੰਸਾਰ ਅੰਦਰ 84 ਦਾ ਆਕਾਰ, ਸਾਰਿਆਂ ਦੇ ਘਟਾਂ ਵਿੱਚ, ਸਾਰਿਆਂ ਸਰੀਰਾਂ ਵਿੱਚ ਉਹ ਵਾਹਿਗੁਰੂ ਆਪ ਹੀ ਪਦਾਰਥਾਂ ਦੇ ਭੋਗਣ ਵਾਲਾ ਹੈ। ਅਲਖ ਹੁੰਦਾ ਜਾਣਨੇ ਤੋਂ ਰਹਿਤ, ਅਗਮ ਅਪਾਰ ਵਾਹਿਗੁਰੂ ਸਾਰੇ ਕਿਤੇ ਹੀ ਵਿਆਪਕ ਹੋ ਕੇ ਵਰਤ ਰਿਹਾ ਹੈ। ਗੁਰ ਕੈ ਸ਼ਬਦ ਮੇਰਾ ਹਰ ਪ੍ਰਭ ਧਿਆਈਐ,
ਸਹਿਜੇ ਸੱਚ ਸਮਾਵਣਿਆ। ਗੁਰਾਂ ਦੇ ਉਪਦੇਸ਼ ਨੂੰ ਲੈ ਕੇ ਮੇਰੇ ਹਰੀ ਪਰਮਾਤਮਾ ਨੂੰ ਧਿਆਉਣਾ ਕਰੋ। ਗੁਰੂ ਸਾਹਿਬ ਦਾ ਪਹਿਲਾਂ ਉਪਦੇਸ਼ ਲੈ ਲਓ। ਉਪਦੇਸ਼ ਲੈਣਾ ਚੰਗਾ ਹੁੰਦਾ, ਕਿਉਂਕਿ ਉਹਦੇ ਨਾਲ ਹੀ ਸਤਿਗੁਰੂ ਮਹਾਰਾਜ ਕਈ ਕੁਝ ਦੱਸ ਦਿੰਦੇ ਨੇ। ਤਾਂ ਤੇ ਸੁਤੇ ਸਿੱਧ ਸੱਚ ਸਰੂਪ ਵਾਹਿਗੁਰੂ 'ਚ ਅਭੇਦ ਹੋ ਜਾਈਦਾ। ਫਿਰ ਆਉ ਵਾਰੀ ਜੀਉ ਵਾਰੀ ਗੁਰ ਸ਼ਬਦ ਮਨ ਵਸਾਵਣਿਆ। ਮੈਂ ਉਹਨਾਂ ਤੋਂ ਕਹਿੰਦੇ ਬਲਿਹਾਰ ਜਾਵਾਂ, ਕੁਰਬਾਨ ਜਾਵਾਂ, ਘੋਲੀ ਜਾਵਾਂ। ਕਹਿੰਦੇ ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਫਿਰ ਮਨ 'ਚ ਵਸਾ ਕੇ ਫਿਰ ਉਪਦੇਸ਼ ਦੇ ਅਨੁਸਾਰ ਜ਼ਿੰਦਗੀ ਨੂੰ ਢਾਲ ਲਿਆ ਹੈ। ਜਿਵੇਂ ਉਪਦੇਸ਼ ਹੋਇਆ ਸੀ ਉਵੇਂ ਚੱਲੇ ਨੇ ਉਹ। ਸ਼ਬਦ ਸੂਝੈ ਤਾਂ ਮਨ ਸਿਉ ਲੂਝੈ, ਮਨ ਸਹ ਮਾਰ ਸਮਾਵਣਿਆ ਰਹਾਉ। ਗੁਰ ਸ਼ਬਦ ਦੀ ਸੂਝਾ ਹੁੰਦੀ ਗਿਆਤ, ਸੋਝੀ ਪੈਦਾ ਹੋ ਗਈ ਹੈ। ਗਿਆਤ ਪ੍ਰਾਪਤ ਹੋਵੇ ਤਾਂ ਮਨ ਨਾਲ ਲੜਦਾ, ਮਨ ਦੇ ਨਾਲ ਇਉਂ ਲੜਦਾ ਕਿ ਫਿਰ ਮਨ ਦੀਆਂ ਵਾਸ਼ਨਾਵਾਂ ਮਾਰ ਕੇ ਵਾਹਿਗੁਰੂ 'ਚ ਭੇਦ ਹੋ ਜਾਂਦਾ। ਮਨ ਤਾਂ ਬਾਰ-ਬਾਰ ਮੰਗੀ ਜਾਂਦਾ, ਆਹ ਖਾਣਾ, ਉਹ ਪਹਿਨਣਾ, ਉਹ ਲੈਣਾ, ਉਹ ਲੈਣਾ। ਹੁਣ ਨਿਆਣੇ ਬਾਜ਼ਾਰ ਜਾਂਦੇ ਨੇ ਮਾਤਾ ਪਿਤਾ ਦੇ ਨਾਲ, ਉਹ ਲੈਣਾ ਕਰਦੇ ਨੇ, ਕਿੰਨੀਆਂ ਚੀਜ਼ਾਂ। ਅਖੀਰ ਝਿੜਕਣਾ ਪੈਂਦਾ, ਫਿਰ ਚੁੱਪ ਕਰ ਜਾਂਦੇ ਨੇ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆ ਮਨ ਵੀ ਨਿਆਣਿਆਂ ਵਰਗਾ ਹੀ ਆ। ਇਹ ਮੰਗੀ ਜਾਂਦਾ ਰਹਿੰਦਾ, ਵਿਹਲਾ ਤਾਂ ਬਹਿਣਾ ਨਾ ਹੋਇਆ। ਮਾਂ ਬਾਪ ਸੌਂ ਜਾਂਦੇ, ਆਰਾਮ ਕਰਦੇ, ਤੇ ਨਿਆਣੇ ਖੇਡਦੇ ਰਹਿੰਦੇ। ਜਿਉਂ ਕੰਪਿਊਟਰ ਦੀ ਗੇਮ ਜੀ ਖੇਡਣ ਲੱਗਦੇ, ਮਾਂ ਬਾਪ ਸੌਂ ਕੇ ਵੀ ਉੱਠ ਜਾਂਦੇ, ਉੱਥੇ ਖੇਡੀ ਜਾਂਦੇ। ਇਸੇ ਤਰ੍ਹਾਂ ਮਨ, ਆਪਾਂ ਸੌਂ ਜਾਂਦੇ ਹਾਂ, ਮਨ ਰਾਤ ਨੂੰ ਸੁਪਨੇ ਦੇਖਣ ਲੱਗ ਜਾਂਦਾ। ਚੱਲ ਤੂੰ ਤਾਂ ਇਹ ਸੌਂਦਾ ਹੀ ਨਹੀਂ, ਇਹ ਨਾ ਦਿਨੇ ਸੌਂਦਾ ਨਾ ਰਾਤ ਨੂੰ ਸੌਂਦਾ। ਇਹ ਸੌਣ ਵਾਲੀ ਚੀਜ਼ ਹੀ ਨਹੀਂ ਨਾ ਹੈ, ਸ਼ਕਤੀ ਬਹੁਤ ਜ਼ਿਆਦਾ ਇਹਦੇ 'ਚ। ਪਰ ਮਹਾਰਾਜ ਕਹਿੰਦੇ ਜੇ ਮਨ ਦੀਆਂ ਵਾਸ਼ਨਾਵਾਂ ਨੂੰ ਕੋਈ ਰੋਕ ਲਵੇ, ਨਾਮ ਸਿਮਰਨ ਕਰੇ, ਕਿਉਂਕਿ ਮਨ ਤਾਂ ਰਾਤ ਨੂੰ ਵੀ ਜਾਗਦਾ ਹੀ ਹੁੰਦਾ। ਮਨ ਨੂੰ ਕਹਿਣਾ ਜੇ ਤੂੰ ਰਾਤ ਨੂੰ ਜਾਗਣਾ ਹੀ ਆ, ਕਦੇ ਉੱਥੇ ਚਲਾ ਜਾਂਦਾ, ਉੱਥੇ ਦਿਨੇ ਟਿਕਾ ਲਓ, ਫਿਰ ਰਾਤ ਨੂੰ ਵੀ ਸੰਗਤ 'ਚ ਚਲਿਆ ਜਾਂਦਾ। ਸੁਪਨੇ ਵਿੱਚ ਵੀ ਫਿਰ ਗੁਰੂ ਸਥਾਨਾਂ ਦੇ ਦਰਸ਼ਨ ਕਰਦਾ, ਸੁਪਨੇ ਵਿੱਚ ਵੀ ਮਨ ਸਿਮਰਨ ਕਰਦਾ, ਕਿਉਂਕਿ ਇਹਨੂੰ ਤਾਂ ਸ਼ਰਾਰਤ ਕਰਨੀ। ਵਿਹਲਾ ਜੋ ਹੋਇਆ ਵਿਸ਼ਰਾਮ ਦੇ ਕੇ ਕਹਿੰਦੇ ਨੇ, ਪੰਚ ਦੂਤ ਮੁਹੈ ਸੰਸਾਰਾ, ਮਨ ਮੁਖ ਅੰਧੇ ਸੁਧ ਨਾ ਸਾਰਾ। ਇਹ ਕਾਮ ਕ੍ਰੋਧ ਜਿਹੜੇ ਪੰਜ ਦੂਤ ਸੰਸਾਰ ਨੂੰ ਠੱਗੀ ਜਾਂਦੇ, ਖਾਈ ਜਾਂਦੇ ਸਰੀਰਾਂ ਨੂੰ, ਪਰ ਅੰਨੇ ਮਨਮੁਖ ਨੂੰ ਸਾਰ ਅਸਾਰ ਦੀ ਕੋਈ ਖਬਰ ਹੀ ਨਹੀਂ। ਸਰੀਰ ਇਹਦਾ ਚੂੰਡੀ ਜਾਂਦੇ, ਪੰਜੇ ਜਾਣ, ਇਹਨਾਂ ਨੂੰ ਤਾਂ ਮਿਲ ਜਾਂ ਗਿਲਝਾਂ ਪੰਜ ਜਾਣੇ ਜਿਹੜੇ ਕਾਮ ਕ੍ਰੋਧ ਸਾਨੂੰ ਚਿੰਬੜੇ ਆ ਨਾ, ਇਹ ਗਿਲਝਾਂ ਮਨ ਚਿੰਬੜੀਆਂ ਹੋਈਆਂ ਸਰੀਰ ਨੂੰ ਖਾਈ ਜਾਂਦੇ ਆ, ਚੂਸੀ ਜਾਂਦੇ ਸਾਡੇ ਰਸ ਨੂੰ। ਅੰਮ੍ਰਿਤ ਲੂਟੈ ਮਨਮੁਖ ਨਹੀਂ ਬੂਝੈ, ਗੁਰਮੁਖ ਹੋਵੈ ਸੋ ਆਪਣਾ ਘਰ ਰਾਖੈ, ਪੰਚ ਦੂਤ ਸ਼ਬਦ ਪਚਾਵਣਿਆ। ਜਿਹੜੇ ਬਣ ਜਾਂਦੇ ਗੁਰਮੁਖ, ਉਹ ਆਪਣਾ ਅੰਤःਕਰਨ ਰੂਪੀ ਘਰ ਸੰਭਾਲ ਕੇ ਰੱਖ ਲੈਂਦੇ। ਅੰਤःਕਰਨ ਚੋਂ ਸ਼ੁਭ ਗੁਣਾ ਰੂਪੀ ਧਨ ਨੂੰ ਲੁੱਟਣ ਨਹੀਂ ਦਿੰਦੇ। ਪਹਿਰਾ ਲੈ ਕੇ, ਫਿਰ ਡੰਡਾ ਲੈ ਕੇ ਪਹਿਰਾ ਕਰਦੇ ਪੂਰਾ। ਗੁਰ ਸ਼ਬਦ ਦਾ ਡੰਡਾ ਲੈ ਕੇ ਖੜ ਜਾਂਦੇ ਨੇ। ਫਿਰ ਉਹ ਗੁਰ ਸ਼ਬਦ ਦੁਆਰਾ ਕਾਮ ਕ੍ਰੋਧ ਦੂਤਾਂ ਨੂੰ ਪਚਾਵਣਿਆ ਹੁੰਦਾ, ਖਰਾਬ ਕਰਦੇ, ਸਾੜ ਹੀ ਦਿੰਦੇ ਨੇ, ਭਜਾ ਦਿੰਦੇ ਉੱਥੇ। ਇੱਕ ਗੁਰਮੁਖ ਸਦਾ ਸੱਚਾ ਰੰਗ ਰਾਤੇ, ਸੱਚੇ ਸਹਿਜੇ ਪ੍ਰਭ ਸੇਵੈ ਅੰਦਿਨ ਮਾਤੇ। ਇੱਕ ਗੁਰਮੁਖ ਹਮੇਸ਼ਾ ਹੀ ਸੱਚੇ ਪ੍ਰੇਮ ਵਿੱਚ ਰੰਗੇ ਰਹਿੰਦੇ ਨੇ, ਸਹਿਜੇ ਹੀ ਵਾਹਿਗੁਰੂ ਦੇ ਸੇਵਨ ਵਿੱਚ ਰਾਤ ਦਿਨ ਮਸਤ ਰਹਿੰਦੇ ਨੇ। ਮਿਲ ਪ੍ਰੀਤਮ ਸਾਚੇ ਗੁਣ ਗਾਵੈ, ਹਰ ਦਰ ਸੋਭਾ ਪਾਵਣਿਆ। ਉਹ ਪ੍ਰੀਤਮ ਗੁਰਾਂ ਨਾਲ ਮਿਲ ਕੇ ਸੱਚੇ ਦੇ ਗੁਣਾਂ ਨੂੰ ਗਾਉਂਦੇ ਨੇ। ਮਿਲ ਪ੍ਰੀਤਮ ਸੱਚੇ ਗੁਣ ਗਾਵੈ, ਹਰ ਦਰ ਸੋਭਾ ਪਾਵਣਿਆ। ਉਹ ਹਰੀ ਦਾ ਦਰ ਜਿਹੜਾ ਸਾਧ ਸੰਗਤ ਹੈ, ਹਰੀ ਦਾ ਦਰ ਜਿਹੜਾ ਸੱਚਖੰਡ ਹੈ, ਇੱਥੇ ਜਾ ਕੇ ਫਿਰ ਸੋਭਾ ਪ੍ਰਾਪਤ ਕਰਦੇ। ਉਹਨਾਂ ਦੀ ਜੀਉ ਆਇਆਂ ਨੂੰ ਹੁੰਦੀ, ਜੈ ਜੈਕਾਰ ਹੁੰਦੀ ਉਹਨਾਂ ਦੀ, ਤੇ ਰੱਬ ਦੇ ਪਿਆਰੇ ਆ ਗਏ ਨੇ। ਏਕਮੀ ਏਕੈ ਆਪ ਉਪਾਇਆ, ਦੁਬਿਧਾ ਦੂਜਾ ਤ੍ਰਿਬਿਧ ਮਾਇਆ। ਏਕਮ ਥਿਤ ਦੁਆਰਾ ਕਥਨ ਕਰਦੇ ਨੇ, ਇੱਕ ਪਰਮੇਸ਼ਰ ਨੇ ਆਪ ਹੀ ਸੰਸਾਰ ਨੂੰ ਪੈਦਾ ਕੀਤਾ ਹੈ, ਤੇ ਦੂਜ ਥਿਤ ਦੁਆਰਾ ਕਹਿੰਦੇ ਨੇ ਕਥਨ ਕਰਦੇ ਫਿਰ ਦੁਬਿਧਾ ਨੂੰ ਪੈਦਾ ਕੀਤਾ ਦੂਜ ਦੁਆਰਾ। ਤੀਜ ਥਿਤ ਦੁਆਰਾ ਕਹਿੰਦੇ ਫਿਰ ਮਾਇਆ ਦੇ ਸਾਰੇ ਵਰਤਾਰੇ ਵਰਤਾ ਦਿੱਤੇ ਨੇ। ਅੱਗੇ ਕੋਈ ਥਿੱਤਾਂ ਦਾ ਪ੍ਰਸੰਗ ਨਹੀਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਇਹਦਾ ਅੰਤਰੀ ਭਾਵ 'ਚ ਕਥਨ ਕਰਦੇ ਨੇ ਕਿ ਏਕਮ ਏਕ ਹੈ, ਇੱਕੋ ਇੱਕ ਵਾਹਿਗੁਰੂ ਨੇ ਆਪ ਹੀ ਤਾਂ ਰਾਜਸੀ, ਸਾਂਤਕੀ, ਤਾਮਸੀ ਰੂਪ ਤ੍ਰਿਬਿਧ ਮਾਇਆ, ਤਿੰਨ ਪ੍ਰਕਾਰ ਦੀ ਮਾਇਆ ਨੂੰ ਪੈਦਾ ਕੀਤਾ। ਇਹ ਤ੍ਰਿਬਿਧ ਮਾਇਆ ਕਹੇ ਜੀ ਹੈ, ਕਹਿੰਦੇ ਦੁਬਿਧਾ ਰੂਪ ਹੈ। ਜੋ ਇਸ ਮਾਇਆ ਵਿੱਚ ਲੱਗਿਆ ਉਹ ਦੂਜਾ ਭਾਵ ਜਮਾਂ ਦਾ ਹੁੰਦਾ,
ਜਮਦੂਤਾਂ 'ਚ ਹੀ ਲੱਗ ਜਾਂਦਾ ਜਾ ਕੇ, ਕਿਉਂਕਿ ਮਾਇਆ ਦਾ ਕੰਮ ਹੀ ਦੁਬਿਧਾ 'ਚ ਪਾਉਣਾ ਹੁੰਦਾ ਬੰਦੇ ਨੂੰ। ਇੱਕੋ ਆਪ ਉਪਾਇਆ, ਇੱਕ ਪਰਮਾਤਮਾ ਨੇ ਆਪ ਹੀ ਜਗਤ ਨੂੰ ਪੈਦਾ ਕੀਤਾ। ਤੇ ਦੁਬਿਧਾ ਜਿਹੜੀਆਂ ਦੋ ਵਿਧਾਂ ਨੇ ਸੰਸਾਰ ਦੇ ਅੰਦਰ, ਇੱਕ ਨਾਮ ਰੂਪ ਆਤਮਕ। ਇਹ ਸੰਸਾਰ ਵਿੱਚ ਰਾਗ ਤੇ ਦਵੈਸ਼ ਦੋ ਚੀਜ਼ਾਂ ਨੇ, ਇੱਕ ਹਰਖ ਤੇ ਸੋਗ, ਦੋ ਚੀਜ਼ਾਂ ਇਹ ਨੇ। ਫਿਰ ਇਹ ਸੰਸਾਰ 'ਚ ਤ੍ਰਿਬਧ ਚੀਜ਼ਾਂ ਕਿਹੜੀਆਂ ਨੇ? ਰਾਜਸੀ, ਸਾਂਤਕੀ ਤੇ ਤਾਮਸੀ। ਫਿਰ ਇਹ ਸੰਸਾਰ ਦੇ ਅੰਦਰ ਮਾਇਆ ਮਾਤਰ, ਭਾਵ ਮਿਥਿਆ ਹੀ ਮਿਥਿਆ ਸਾਰਾ ਕੁਝ। ਇਹ ਸੰਸਾਰ ਵਿੱਚ ਜਿਹੜਾ ਲੱਗਿਆ ਉਹਨੂੰ ਘਾਟਾ ਹੀ ਘਾਟਾ ਹੈ, ਜਦ ਸਦਾ ਹੀ ਘਾਟਾ ਹੈ। ਤਿੰਨ ਤਾਂ ਹੋ ਗਈਆਂ, ਹੁਣ ਚੌਥੀ 'ਚ ਲੈ ਕੇ ਜਾਂਦੇ। ਚੌਥੀ ਪੌੜੀ ਜਿਹੜੀ ਚੌਥੀ ਅਵਸਥਾ, ਚੌਥੀ ਪੌੜੀ ਗੁਰਮੁਖੀ ਉੱਚੀ ਸੱਚੋ ਸੱਚ ਕਮਾ ਬਣਿਆ। ਜੋ ਗੁਰਮੁਖ ਜਿਹੜੇ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੁਆਰਾ ਸੱਚ ਹੀ ਸੱਚ ਨੂੰ ਕਮਾਉਂਦੇ ਨੇ, ਸੱਚੇ ਦੀ ਕਮਾਈ ਕਰਦੇ ਨੇ, ਨਾਮ ਦੀ ਕਮਾਈ ਕਰਦੇ ਨੇ, ਉਹਨੂੰ ਸਾਰਿਆਂ ਸਾਧਨਾਂ ਤੋਂ ਉੱਚੀ ਚੌਥੀ ਭੂਮਿਕਾ ਤੁਰਿਆ ਪਦ ਪ੍ਰਾਪਤ ਹੋ ਗਈ। ਸਭ ਹੈ ਸੱਚਾ ਜੇ ਸੱਚੇ ਭਾਵੈ, ਜਿਨ ਸੱਚ ਜਾਤਾ ਸੋ ਸਹਿਜ ਸਮਾਵੈ। ਜੇ ਸੱਚੇ ਵਾਹਿਗੁਰੂ ਨੂੰ ਭਾ ਜਾਵੇ ਨਾ, ਤਾਂ ਉਹਦਾ ਸਾਰਾ ਕਰਤੱਵ ਜਿਹੜਾ ਕੀਤਾ ਹੋਇਆ ਸੱਚਾ ਤੋਂ ਭਾਵ ਸਫਲਾ ਹੋ ਜਾਂਦਾ। ਗੱਲ ਤਾਂ ਸਫਲੇ ਹੋਣ ਦੀ ਹੈ। ਸਾਰਾ ਸਾਲ ਮਿਹਨਤ ਕਰੇ ਨਿਆਣਾ, ਪੇਪਰ ਦੇਵੇ, ਪਾਸ ਹੋ ਜੇ ਤਾਂ ਸਫਲਾ, ਫੇਲ ਹੋ ਜੇ ਤਾਂ ਸਫਲਾ ਨਹੀਂ ਹੈ। ਬਸ ਇਹੀ ਚੀਜ਼ ਹੈ। ਆਪਾਂ ਜਿੰਨਾ ਕੀਤੀ ਸੇਵਾ ਬੰਦਗੀ, ਉਹ ਤਾਂ ਹੈ ਸਫਲੀ ਜੇ ਉਹ ਪ੍ਰਵਾਨ ਹੋ ਜੇ। ਜਿਹਨੇ ਸੱਚ ਨੂੰ ਜਾਣਿਆ ਉਹ ਸ਼ਾਂਤੀ ਤੇ ਸਹਿਜ ਪਦ ਵਿੱਚ ਆਪੇ ਹੀ ਸਮਾ ਜਾਂਦਾ। ਗੁਰਮੁਖ ਕਰਨੀ ਸੱਚੇ ਸੇਵ ਹੈ, ਸੱਚੇ ਸਾਚੇ ਜਾਏ ਸਮਾਵਣਿਆ। ਗੁਰਮੁਖਾਂ ਦੀ ਇਹ ਜਿਹੜੀ ਕਰਨੀ ਸ੍ਰੇਸ਼ਟ ਹੈ ਸਾਰਿਆਂ ਨਾਲੋਂ, ਭਗਤੀ ਦੀ। ਜੋ ਸੱਚੇ ਨੂੰ ਸੇਵਦੇ ਨੇ, ਇਸ ਕਰਕੇ ਉਹ ਸੱਚੇ ਵਿੱਚ ਹੀ ਸਮਾ ਜਾਂਦੇ ਨੇ। ਸੱਚੇ ਬਾਝੋਂ ਕੋ ਅਵਰ ਨਾ ਦੂਆ, ਦੂਜੈ ਲਾਗ ਜਗ ਖਪ ਖਪ ਮੂਆ। ਸੱਚੇ ਨਾਮ ਤੋਂ ਬਿਨਾਂ ਹੋਰ ਦੂਜਾ ਕੋਈ ਕਰਮ ਮੁਕਤੀ ਦਿੰਦਾ ਹੀ ਨਹੀਂ। ਨਾਮ ਤੋਂ ਬਿਨਾਂ ਕੋਈ ਕਰਮ ਮੁਕਤੀ ਨਹੀਂ ਦਿੰਦਾ। ਬਾਕੀ ਜੋ ਕਿਸੇ ਦਾ ਸ਼ੌਂਕ ਆ ਭਾਵੇਂ ਕਰੀ ਜਾਵੇ, ਪੁੱਠੇ ਲਟਕਣਾ, ਐਵੇਂ ਪਾਣੀ 'ਚ ਖੜਨਾ, ਹੋਰ ਜਿਹੜਾ ਮਰਜ਼ੀ ਕੋਈ ਕਰਮ ਕਰੇ, ਮਹਾਰਾਜ ਕਹਿੰਦੇ ਨੇ। ਕਿਉਂਕਿ ਦੂਜੇ ਕੰਮਾਂ ਵਿੱਚ ਲੱਗ ਕੇ ਜਿਹੜਾ ਜੀਵ ਹੈ ਖਪ ਖਪ ਕੇ ਮਰ ਜਾਂਦਾ ਅਖੀਰ ਨੂੰ। ਜਗ ਤੋਂ ਭਾਵ ਜੀਵ। ਗੁਰਮੁਖ ਹੋਵੈ ਸੋ ਏਕੋ ਜਾਣੈ, ਏਕੋ ਸੇਵ ਸੁਖ ਪਾਵਣਿਆ। ਜਿਹੜੇ ਗੁਰਮੁਖ ਹੁੰਦੇ ਨੇ ਉਹ ਇੱਕ ਨਾਮ ਦਾ ਹੀ ਸਿਮਰਨ ਕਰਨਾ ਜਾਣਦਾ, ਉਹਨੂੰ ਦੂਜੀ ਗੱਲ ਨਹੀਂ ਆਉਂਦੀ। ਉਹ ਇੱਕ ਵਾਹਿਗੁਰੂ ਦੇ ਜਿਹੜੇ ਸੇਵਕੇ ਪਰਮਾਤਮਾ ਨੂੰ ਸਿਮਰਨ ਦੇ ਰਾਹੀਂ ਸੇਵਾ ਕਰਕੇ ਆਤਮਿਕ ਸੁਖ ਪ੍ਰਾਪਤ ਕਰਦੇ। ਪਰਮਾਤਮਾ ਦੀ ਸੇਵਾ ਕੀ ਹੈ? ਸ਼ਬਦ। ਉਹ ਸ਼ਬਦ ਰੂਪ ਹੈ। ਹੁਣ ਸ਼ਬਦ ਦੀ ਸੇਵਾ ਸ਼ਬਦ ਨਾਲ ਹੀ ਕਰਨੀ ਹੈ। ਇੱਕ ਨੇ ਚਿੱਠੀ ਪਾਈ ਤੇ ਜਵਾਬ ਜਲਦੀ ਦੇਈ, ਆ ਭਾਈ ਇੱਧਰੋਂ ਚਿੱਠੀ ਪਾਤੀ, ਉਹ ਸ਼ਬਦ ਲਿਖੇ ਉਹਨੇ ਜਿਹੜੇ ਮਿੱਠੇ, ਤੇ ਅਸੀਂ ਉਦੋਂ ਮਿੱਠੇ ਲਿਖੇ। ਬਸ ਇਸੇ ਤਰ੍ਹਾਂ ਸ਼ਬਦ ਨਾਲ ਗੁਰੂ ਦੀ ਸੇਵਾ। ਗੁਰੂ ਸ਼ਬਦ ਰੂਪ ਹੈ। ਗੁਰੂ ਦੇ ਕੋਲ ਬਹਿ ਕੇ ਸ਼ਬਦ ਪੜ੍ਹਿਆ, ਕੀਰਤਨ ਕਰਿਆ, ਸ਼ਬਦ ਦੀ ਵਿਚਾਰ ਕੀਤੀ, ਬਾਣੀ ਪੜ੍ਹੀ, ਇਹੀ ਸੇਵਾ। ਪਰਮਾਤਮਾ ਦੀ ਵੀ ਇਹੀ ਸੇਵਾ। ਜੀ ਜੰਤ ਸਭ ਸਰਨ ਤੁਮਾਰੀ, ਆਪੇ ਧਰ ਦੇਖੈ ਕੱਚੀ ਪੱਕੀ ਸਾਰੀ। ਸਾਰੇ ਸੂਖਮ ਸਥੂਲ ਜੀਆਂ ਜਨਤਾਂ ਵਿੱਚ ਆਪ ਹੀ ਆਹੋ, ਤੇ ਜੀ ਜੰਤ ਆਪ ਦੀ ਸ਼ਰਨ 'ਚ ਨੇ। ਤੂੰ ਆਪ ਹੀ ਜੀਵਾਂ ਰੂਪ ਸਾਰੀਆਂ ਨਰਦਾਂ ਨੂੰ ਧਰ ਕੇ ਫੜ ਕੇ ਸੰਸਾਰ ਰੂਪੀ ਚੌਂਪੜ ਉੱਤੇ ਰੱਖ ਕੇ ਵੇਖਦਾ ਕਿ ਕੱਚੀ ਕਿਹੜੀ ਪੱਕੀ ਕਿਹੜੀ, ਸਾਧਨਾ ਤੋਂ ਰਹਿਤ ਕਿਹੜੀ ਹੈ ਤੇ ਸਾਧਨਾ ਵਾਲੀ ਕਿਹੜੀ ਹੈ। ਆਂਦੇ ਨੇ ਆਪੇ ਕਾਰ ਕਰਾਏ, ਆਪੇ ਮੇਲ ਮਿਲਾਵਣਿਆ। ਰਾਤ ਦਿਨ ਆਪ ਹੀ ਗੁਰਮੁਖਾਂ ਤੋਂ ਭਗਤੀ ਰੂਪ ਕਾਰ ਕਰਾ ਕੇ ਆਪਣੇ ਮੇਲ 'ਚ ਮਿਲਾ ਲੈਂਦਾ। ਆਪੇ ਕਰਵਾਉਂਦਾ ਭਗਤੀ, ਤੇ ਜਿਹਨੂੰ ਮਿਲਾਉਣਾ ਉਹਦੇ ਸਾਰੇ ਕੰਮ ਆਪੇ ਕਰੀ ਜਾਂਦਾ। ਤੂੰ ਆਪੇ ਮੇਲ ਹੈ ਵੇਖੈ ਹਦੂਰ, ਸਭ ਮਹਿ ਆਪ ਰਹਿਆ ਭਰਪੂਰ। ਜਿਨ੍ਹਾਂ ਨੂੰ ਤੁਸੀਂ ਆਪ ਸਤਸੰਗ 'ਚ ਮਿਲਾਉਂਦੇ ਹੋ ਪਹਿਲਾਂ, ਉਹ ਤੈਨੂੰ ਆਪਣੇ ਕੋਲ ਦੇਖ ਲੈਂਦੇ ਨੇ। ਫਿਰ ਤੁਸੀਂ ਸਾਰਿਆਂ ਵਿੱਚ ਪੂਰਨ ਵਿਆਪਕ ਹੋਏ ਉਹਨੂੰ ਦਿਖ ਜਾਂਦੇ ਹੋ। ਨਾਨਕ ਆਪੇ ਆਪ ਵਰਤੈ, ਗੁਰਮੁਖ ਸੋਝੀ ਪਾਵਣਿਆ। ਸਤਿਗੁਰੂ ਫਰਮਾਉਂਦੇ ਸਰਬ ਰੂਪ ਹੋ ਕੇ ਤੂੰ ਆਪੇ ਆਪ ਹੀ ਸਾਰਿਆਂ 'ਚ ਵਰਤ ਰਿਹਾ। ਇਹ ਗੱਲ ਦੀ ਸੋਝੀ ਸਿਰਫ ਗੁਰਮੁਖਾਂ ਨੇ ਪ੍ਰਾਪਤ ਕੀਤੀ ਗੁਰੂ ਕੋਲੋਂ, ਵੀ ਸਾਰੇ ਰੂਪ ਹੋ ਕੇ ਉਹ ਆਪ ਹੀ ਵਰਤ ਰਿਹਾ। ਇਸੇ ਕਰਕੇ ਉਹਨਾਂ ਨੂੰ ਕਿਸੇ ਨਾਲ ਵੈਰ ਭਾਵਨਾ ਨਹੀਂ, ਈਰਖਾ ਨਹੀਂ, ਸਭਨਾਂ ਨਾਲ ਇੱਕੋ ਜਿਹਾ ਪਿਆਰ ਕਰਦੇ ਨੇ। ਉਹ ਕਹਿੰਦੇ ਸਾਰੇ ਵਾਹਿਗੁਰੂ ਆਪ ਹੀ ਹੈ, ਦੂਜਾ ਨਜ਼ਰ ਹੀ ਨਹੀਂ ਆਉਂਦਾ। ਈਰਖਾ ਭਾਵਨਾ ਮਨ ਦੇ ਅੰਦਰੋਂ ਮੁੱਕ ਗਈ, ਦਵੈਸ਼ ਮੁੱਕ ਗਈ, ਤਾਂ ਸਾਰੇ ਨਜ਼ਰ ਆਪ ਹੀ ਆ ਜਾਂਦਾ।
ਵਾਹਿਗੁਰੂ 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 ਵਾਹਿਗੁਰੂ